ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪਰਕਾਸਕ, ਸੁਮਤਿ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ, ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਜੀ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਤੀਸਾ, ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਾਰ ਦਰ ਕਾਰ ਮਾਥ। ਹਰ ਰੰਗ ਮਿਲਨ ਕੋ ਮਿਲਤੇ ਹੈ, ਬੋ ਬਾਬਾ ਨਾਨਕ ਸਾਹੀ ਗੁਰੂ। ਸਭ ਸੰਗਤ ਸੀਸ ਨਿਵਾਏ ਕਹੋ, ਮੇਰੇ ਮਨ ਹੋ ਨ ਵਿਸਰੈ ਵਾਹਿਗੁਰੂ। ਸਭ ਸੰਗਤ ਸੀਸ ਨਿਵਾਏ ਕਹੋ, ਮੇਰੇ ਮਨ ਹੋ ਨ ਵਿਸਰੈ ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਪ੍ਰੇਮ ਸਹਿਤ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕਰਕੇ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਮਾਲਕ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਅਰਦਾਸ ਬੇਨਤੀ ਕੀਤੀ। ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕਰਦਿਆਂ ਅਰਬੀ ਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ ਹੈ। ਆਓ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਕਾ ਇਤਿਹਾਸ, ਗੁਰੂ ਕੀਆਂ ਵਡਿਆਈਆਂ, ਗੁਰੂ ਕਾ ਜਸ ਵਿਚਾਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨੀ ਸੁਰਤ ਨੂੰ ਇਕਾਗਰ ਕਰੀਏ ਤੇ ਰਸਨਾ ਕਰੀਏ ਪਵਿੱਤਰ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਪਾਵਨ ਸਥਾਨ ਤੋਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੇ ਜੀਵਨ ਦੀ ਕਥਾ ਪ੍ਰੇਮ ਸਹਿਤ ਰੋਜ਼ਾਨਾ ਹੀ ਸ਼ਰਵਣ ਕਰਦੇ ਹਾਂ। ਉੱਥੇ ਅੱਜ ਭਗਤ ਰਵਿਦਾਸ ਜੀ, ਜਿਨ੍ਹਾਂ ਨੇ ਆਪਣੇ ਸਮੇਂ ਦੇ ਅੰਦਰ ਚੱਲ ਰਹੇ ਪਖੰਡਵਾਦ ਦਾ, ਜਾਤ ਪਾਤ ਦਾ, ਊਚ ਨੀਚ ਦਾ, ਭੇਦਭਾਵ ਦਾ ਵਿਰੋਧ ਕੀਤਾ ਤੇ ਪ੍ਰਮਾਤਮਾ ਜੀ ਦੀ ਬੰਦਗੀ ਕਰਕੇ ਪ੍ਰਮਾਤਮਾ ਸਰੂਪ ਹੋਏ। ਅੱਜ ਉਹਨਾਂ ਦਾ
ਪ੍ਰਕਾਸ਼ ਦਿਹਾੜਾ ਜਿਹੜਾ ਹੈ ਸਮੁੱਚੀ ਸਾਧ ਸੰਗਤ ਗੁਰੂ ਕੇ ਪਿਆਰੇ ਸਿੱਖ ਪ੍ਰੇਮ ਸਰਧਾ ਭਾਵਨਾ ਸਹਿਤ ਮਨਾ ਰਹੇ ਨੇ। ਆਪ ਸਰਬ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਗੁਰੂ ਸਾਹਿਬ ਕਿਰਪਾ ਕਰਨ ਅਸੀਂ ਉਹਨਾਂ ਦੇ ਬਚਨਾਂ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਜੀ ਦੇ ਨਾਲ ਪ੍ਰੇਮ ਪਾ ਸਕੀਏ, ਕਿਉਂਕਿ ਜਿਸ ਸਮਾਜ ਦੇ ਅੰਦਰ ਬਾਬਾ ਰਵਿਦਾਸ ਜੀ ਦੇ ਉਹਨਾਂ ਦਾ ਪ੍ਰਕਾਸ਼ ਹੋਇਆ ਹੈ, ਉਸ ਸਮਾਜ ਨੂੰ ਭਾਰਤ ਦੇ ਅੰਦਰ ਬਹੁਤ ਨੀਵੇਂ ਦਰਜੇ ਦਾ ਮੰਨਿਆ ਗਿਆ। ਪਰ ਸਤਿਗੁਰਾਂ ਦੀ ਬਾਣੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਨੇ ਇੱਕ ਬਾਬਾ ਕਬੀਰ ਜੀ ਹੋਏ ਨੇ ਤੇ ਬਾਬਾ ਕਬੀਰ ਜੀ ਨੇ ਬੰਦਗੀ ਕੀਤੀ ਤੇ ਉਹਨੂੰ ਦੁਨੀਆ ਦੇ ਲੋਕ ਕਹਿੰਦੇ ਸਨ ਇਹ ਤਾਂ ਜੁਲਾਹਾ ਹੈ। ਪਰ ਜਦੋਂ ਉਹਨਾਂ ਨੇ ਪ੍ਰਮਾਤਮਾ ਜੀ ਦੇ ਗੁਣ ਗਾਏ, ਗੁਣ ਗਾਉਂਦਿਆਂ ਗਾਉਂਦਿਆਂ ਰੱਬ ਸਰੂਪ ਹੋ ਗਏ, ਪ੍ਰਮਾਤਮਾ ਸਰੂਪ ਹੋ ਗਏ ਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਵਿੱਚ ਬੜਾ ਮਾਣ ਇੱਜ਼ਤ ਤੇ ਵਡਿਆਈ ਬਖਸ਼ਿਸ਼ ਕੀਤੀ। ਗੁਰੂ ਕੀ ਬਾਣੀ ਦੇ ਬਚਨ ਪੜ੍ਹਦੇ ਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਨਾਲ ਜਦੋਂ ਭਗਤ ਨਾਮਦੇਵ ਜੀ ਨੇ ਚਿੱਤ ਜੋੜਿਆ, ਬੰਦਗੀ ਕੀਤੀ, ਆੜ ਦਾਮ ਕੋ ਛਿਪਰੋ, ਛਿੰਬਾ ਕਹਿੰਦੇ ਸਨ। ਕਹਿੰਦੇ ਦੇਖੋ ਦੁਨੀਆ ਦੇ ਲੋਕ ਕਹਿੰਦੇ ਸਨ ਇਹ ਅੱਡੀ ਕੌਡੀ ਦਾ ਸਿੰਬਾ ਹੈ, ਭਾਵ ਕਿ ਉਹਦਾ ਸਤਿਕਾਰ ਨਹੀਂ ਸੀ ਕਰਦੇ ਜਾਤ ਪਾਤ ਦਾ ਸਿਸਟਮ ਹੋਣ ਦੇ ਕਰਕੇ। ਪਰ ਸਤਿਗੁਰੂ ਕਹਿੰਦੇ ਵੇਖੋ ਜਦੋਂ ਗੋਬਿੰਦ ਦੇ ਨਾਲ ਪ੍ਰਮਾਤਮਾ ਜੀ ਦੇ ਨਾਲ ਭਗਤ ਨਾਮਦੇਵ ਜੀ ਦੀ ਸੁਰਤ ਜੁੜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਅੱਡੀ ਕੌਡੀ ਦਾ ਛਿੰਬਾ ਜਿਹਨੂੰ ਦੁਨੀਆ ਨੇ ਇਸ ਤਰ੍ਹਾਂ ਕਿਹਾ, ਲੱਖਾਂ ਦੇ ਮੁੱਲ ਦੇ ਹੋ ਗਏ, ਦੁਨੀਆ ਨੂੰ ਉਹਨਾਂ ਦੇ ਚਰਨਾਂ ਵਿੱਚ ਝੁਕਣਾ ਪਿਆ। ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਸਤਿਗੁਰੂ ਕਹਿੰਦੇ ਨੇ ਭਗਤ ਕਬੀਰ ਜੀ ਜਿਨ੍ਹਾਂ ਨੂੰ ਜੁਲਾਹਾ ਕਿਹਾ ਗਿਆ ਜੀ ਬੜੀ ਨੀਵੀਂ ਜਾਤ ਵਿੱਚ ਜਨਮੇ ਨੇ, ਪਰ ਜਦੋਂ ਉਹਨਾਂ ਨੇ ਬੰਦਗੀ ਕੀਤੀ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਬੇਅੰਤ ਗੁਣਾਂ ਦੇ ਮਾਲਕ ਬਣ ਗਏ ਬਾਬਾ ਕਬੀਰ ਜੀ ਮਹਾਰਾਜ। ਫਿਰ ਅੱਗੇ ਬਚਨ ਕੀਤਾ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਬਾਬਾ ਰਵਿਦਾਸ ਜੀ ਮਹਾਰਾਜ ਕਹਿੰਦੇ ਬਾਬਾ ਜੀ ਨੇ ਜਿਨ੍ਹਾਂ ਦਾ ਪਰਿਵਾਰ ਦਾ ਕਿੱਤਾ ਇਹ ਸੀ ਕਿ ਬਨਾਰਸ ਦੇ ਆਸ-ਪਾਸ ਚਮੜੇ ਦਾ ਕੰਮ ਕਰਦੇ ਸਨ। ਇਹਨਾਂ ਦੇ ਪਰਿਵਾਰ ਮਰੇ ਹੋਏ ਪਸ਼ੂ ਢੋਂਦੇ ਸਨ ਤੇ ਸਮਾਜ ਦੇ ਵਿੱਚ ਇਹਨਾਂ ਨੂੰ ਬਹੁਤੇ ਸਤਿਕਾਰ ਦੀ ਨਜ਼ਰ ਨਾਲ ਨਹੀਂ ਸੀ ਵੇਖਿਆ ਜਾਂਦਾ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਵੇਲੇ ਬਾਬਾ ਰਵਿਦਾਸ ਜੀਆਂ ਨੇ ਸੰਸਾਰ ਦੀ ਮੋਹ ਮਾਇਆ ਦਾ ਤਿਆਗ ਕਰਕੇ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਚਿੱਤ ਜੋੜਿਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਬਾਬਾ ਰਵਿਦਾਸ ਜੀ ਮਹਾਰਾਜ ਜੀਆਂ ਨੇ ਪ੍ਰਮਾਤਮਾ ਜੀ ਦੇ ਦਰਸ਼ਨ ਕਰ ਲੈ, ਇੱਕ ਰੂਪ ਹੋ ਗਏ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਭਗਤ ਸੈਣ ਜੀ ਜਿਹੜੇ ਨਾਈ ਦਾ ਕਿੱਤਾ ਕਰਦੇ ਸਨ ਤੇ ਬੁੱਤਕਾਰੀਆਂ ਕਰਦੇ ਸਨ, ਲੋਕਾਂ ਦੀ ਮੁੱਠੀ ਚਾਪੀ ਕਰਕੇ ਮਿਹਨਤ ਕਰਦੇ ਸਨ। ਜਦੋਂ ਉਹਨਾਂ ਨੇ ਬੰਦਗੀ ਕੀਤੀ ਤੇ ਸੈਣ ਨਾਈ ਜੀ ਵੀ ਤਰ ਗਏ ਤੇ ਪ੍ਰਮਾਤਮਾ ਜੀ ਦੇ ਭਗਤਾਂ ਵਿੱਚ ਗਿਣੇ ਗਏ। ਭਾਵ ਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਸਮਾਜ ਨੇ ਕਿਹਾ ਜੀ ਰੱਬ ਦਾ ਨਾਮ ਨਹੀਂ ਜਪ ਸਕਦੇ, ਪਰ ਜਦੋਂ ਉਹਨਾਂ ਨੇ ਜਪਿਆ ਬੰਦਗੀ ਕੀਤੀ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਉਹਨਾਂ ਦੇ ਚਰਨਾਂ ਵਿੱਚ ਝੁਕਣਾ ਪਿਆ। ਗੁਰੂ ਪਿਆਰਿਓ, ਜਿਸ ਮਾਹੌਲ ਵਿੱਚ ਅਸੀਂ ਰਹਿ ਰਹੇ ਹਾਂ, ਪੰਜਾਬ ਦਾ ਮਾਹੌਲ ਕੁਝ ਵੱਖਰੀ ਤਰ੍ਹਾਂ ਦਾ ਹੈ, ਪਰ ਭਾਰਤ ਦੇ ਜਿਹੜੇ ਬਾਕੀ ਸੂਬੇ ਨੇ ਉਹਨਾਂ ਦਾ ਮਾਹੌਲ ਬਹੁਤ ਵੱਖਰੀ ਤਰ੍ਹਾਂ ਦਾ ਹੈ। ਅੱਜ ਵੀ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਖਬਰ ਸੁਣੀ ਹੋਏਗੀ, ਗੁਜਰਾਤ ਦੇ ਵਿੱਚ
ਇੱਕ ਲਾੜੇ ਦਾ ਜਿਸ ਵੇਲੇ ਵਿਆਹ ਸੀ ਤੇ ਵਿਆਹ ਦੇ ਸਮੇਂ ਘੋੜੀ ਚੜਾਇਆ ਜਾਂਦਾ ਲਾੜੇ ਨੂੰ, ਤੇ ਕੋਈ ਲਾੜਾ ਘੋੜੀ ਚੜ੍ਹ ਗਿਆ ਤੇ ਉੱਚੀ ਜਾਤ ਦੇ ਲੋਕਾਂ ਨੇ ਆ ਕੇ ਉਹਨੂੰ ਮਾਰਿਆ ਕੁੱਟਿਆ, ਕਹਿੰਦੇ ਘੋੜੀ ਨਹੀਂ ਤੂੰ ਚੜ੍ਹ ਸਕਦਾ, ਕਿਉਂਕਿ ਘੋੜੀ ਚੜ੍ਹਨਾ ਸਾਡਾ ਵੱਡੀ ਜਾਤ ਵਾਲਿਆਂ ਦਾ ਕੰਮ ਹੈ। ਬਾਹਰਲੇ ਸੂਬਿਆਂ ਦੇ ਵਿੱਚ ਅੱਜ ਵੀ ਜਾਤ ਪਾਤ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ, ਪਰ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਰਿਆਂ ਨੂੰ ਸਨਮਾਨ ਦਿੱਤਾ ਹੈ, ਗੁਣਾਂ ਦੇ ਨਾਤੇ ਸਨਮਾਨ ਦਿੱਤਾ ਹੈ। ਤੇ ਰੱਬੀ ਬਾਣੀ ਦੇ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿੱਥੇ ਸਤਿਗੁਰਾਂ ਦੀ ਬਾਣੀ ਦਰਜ ਹੈ, ਉੱਥੇ ਮਹਾਨ ਭਗਤਾਂ ਦੀ ਬਾਣੀ ਦਰਜ ਹੈ। ਤੇ ਭਗਤ ਸਾਹਿਬਾਨਾਂ ਜਦੋਂ ਅਸੀਂ ਗੁਰੂ ਕੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਤਾਂ ਉਹਨਾਂ ਭਗਤਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਕਰਦੇ ਹਾਂ। ਉਹਨਾਂ ਦੀ ਬਾਣੀ ਨੂੰ ਵੀ ਰੱਬੀ ਬਾਣੀ ਹੋਣ ਦਾ ਮਾਣ ਪ੍ਰਾਪਤ ਹੈ। ਅੱਜ ਦੁਨੀਆ ਵਿੱਚ ਸਿੱਖ ਕਿਤੇ ਵੀ ਹੋਵੇ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤਿੰਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, 10 ਪਾਤਸ਼ਾਹੀਆਂ ਨੂੰ ਨਮਸਕਾਰ ਕਰਦੇ ਹਾਂ। ਉੱਥੇ ਬਾਬਾ ਕਬੀਰ ਜੀ ਮਹਾਰਾਜ, ਬਾਬਾ ਰਵਿਦਾਸ ਜੀ, ਸੈਣ ਨਾਈ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਇਹ ਜਿੰਨੇ ਭਗਤ ਨੇ ਸਾਰੇ ਭਗਤਾਂ ਨੂੰ, ਗੁਰਸਿੱਖਾਂ ਨੂੰ ਵੀ ਅਸੀਂ ਪ੍ਰੇਮ ਸਹਿਤ ਗੁਰੂ ਮੰਨ ਕੇ ਨਮਸਕਾਰ ਕਰਦੇ ਹਾਂ, ਕਿਉਂਕਿ ਉਹਨਾਂ ਦੀ ਬਾਣੀ ਦੇ ਅੰਦਰ ਰੱਬ ਦਾ ਪ੍ਰੇਮ ਭਰਿਆ ਪਿਆ ਹੈ। ਆਪਾਂ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਉਹਨਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਦਰਜ ਨੇ, ਤੇ ਉਹਨਾਂ ਦੀ ਬਾਣੀ ਦੇ ਅੰਦਰ ਬਹੁਤ ਪ੍ਰੇਮ ਹੈ। ਤੇ ਪ੍ਰੇਮ ਦੇ ਵਿੱਚ ਜਦੋਂ ਬਚਨ ਕਹਿੰਦੇ ਨੇ, ਹੇ ਮਾਲਕ ਜੀ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਪ੍ਰੇਮ ਦੀ ਬਾਣੀ ਹੈ। ਸੋ ਅੱਜ ਅਸੀਂ ਉਸ ਮਹਾਨ ਸ਼੍ਰੋਮਣੀ ਭਗਤ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਇੱਕ ਵਾਰ ਫੇਰ ਆਪ ਸਰਬ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਓ ਹੁਣ ਚੱਲ ਰਹੀ ਗੁਰੂ ਕੇ ਇਤਿਹਾਸ ਦੀ ਜੋ ਲੜੀਵਾਰ ਕਥਾ ਹੈ, ਆਪਾਂ ਪ੍ਰੇਮ ਸਹਿਤ ਗੁਰੂ ਕੇ ਇਤਿਹਾਸ ਦੀ ਕਥਾ ਦੇ ਨਾਲ ਸਾਂਝ ਬਣਾਈਏ। ਆਪਾਂ ਪਿਛਲੇ ਦਿਨਾਂ ਵਿੱਚ ਸ਼ਰਵਣ ਕਰ ਰਹੇ ਹਾਂ ਕਿ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਲਹਿਣਾ ਜੀ ਨੂੰ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦਿੱਤਾ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਅੰਗ ਬਣਾ ਕੇ ਨਾਮ ਰੱਖਿਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੂਸਰੇ ਪਾਤਸ਼ਾਹ ਮਹਾਰਾਜ। ਕੁਝ ਦਿਨਾਂ ਦੇ ਬਾਅਦ ਸਤਿਗੁਰਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੂਸਰੇ ਪਾਤਸ਼ਾਹ ਜੀ ਨੂੰ ਵਚਨ ਕੀਤਾ ਕਿ ਤੁਸੀਂ ਹੁਣ ਕਰਤਾਰਪੁਰ ਸਾਹਿਬ ਵਿਖੇ ਨਾ ਰਹੋ, ਤੁਸੀਂ ਖਡੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ, ਕਿਉਂਕਿ ਭਾਈ ਲਹਿਣਾ ਭਾਵ ਕਿ ਦੂਸਰੇ ਪਾਤਸ਼ਾਹ ਮਹਾਰਾਜ ਜੀ ਦਾ ਆਪਣਾ ਨਗਰ ਖਡੂਰ ਹੈ। ਤੇ ਇਹ ਆਪਾਂ ਸਾਰਿਆਂ ਨੂੰ ਪਤਾ ਹੈ, ਜਿੱਥੇ ਗੁਰੂ ਸਾਹਿਬ ਜੀ ਦਾ ਨਾਮ ਜੁੜ ਜਾਵੇ ਉਸ ਹਰੇਕ ਚੀਜ਼ ਦੇ ਨਾਮ ਦੇ ਨਾਲ ਸਾਹਿਬ ਲੱਗ ਜਾਂਦਾ ਹੈ। ਆਪਾਂ ਵੇਖਦੇ ਹਾਂ ਹੁਣ ਇਸੇ ਤਰ੍ਹਾਂ ਦੀਆਂ ਇਮਾਰਤਾਂ ਤਾਂ ਸਾਡੇ ਘਰਾਂ ਦੀਆਂ ਵੀ ਨੇ, ਇੱਟਾਂ ਦੀਆਂ ਪੱਥਰਾਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਸਾਡੇ ਘਰਾਂ ਦੀਆਂ ਵੀ ਨੇ, ਪਰ ਇਹ ਗੁਰੂ ਘਰ ਹੈ, ਇਸ ਕਰਕੇ ਇਹਨੂੰ ਕਿਹਾ ਜਾਂਦਾ ਹੈ ਗੁਰਦੁਆਰਾ ਸਾਹਿਬ। ਹੁਣ ਕੱਪੜੇ, ਜਿਸ ਤਰ੍ਹਾਂ ਦੇ ਕੱਪੜੇ ਸਾਡੇ ਬਣਦੇ ਨੇ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਵੀ ਵਸਤਰ ਉਸੇ ਤਰ੍ਹਾਂ ਦੇ ਹੀ ਨੇ, ਪਰ ਉਹ ਕਿਉਂਕਿ ਗੁਰੂ ਸਾਹਿਬ ਜੀ ਦੇ ਨਾਲ ਵਸਤਰ ਲੱਗ ਗਏ, ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਰੁਮਾਲਾ ਸਾਹਿਬ। ਜਿਹੜੀ ਵੀ ਚੀਜ਼ ਗੁਰੂ ਨਾਲ ਜੁੜ ਜਾਏ ਉਸ ਚੀਜ਼ ਦੇ ਨਾਲ ਸਾਹਿਬ ਲੱਗ ਜਾਂਦਾ ਹੈ। ਫਿਰ ਆਪਾਂ ਕਹਿੰਦੇ ਹਾਂ ਚੌਰ ਸਾਹਿਬ। ਗੁਰੂ ਦੇ ਚਰਨਾਂ ਵਿੱਚ ਜਿਹੜੀ ਚੀਜ਼ ਆ ਜਾਏ, ਹਰੇਕ ਚੀਜ਼ ਦੇ ਨਾਲ ਸਾਹਿਬ ਲੱਗੇਗਾ। ਤੇ ਜੇ ਵਸਤੂਆਂ ਦੇ ਨਾਲ ਸਾਹਿਬ ਲੱਗਦਾ ਹੈ ਤਾਂ ਜਿਹੜਾ ਪਿਆਰਾ ਗੁਰੂ ਨਾਲ ਜੁੜ ਜਾਏ, ਜਿਹੜਾ ਸਿੱਖ ਗੁਰੂ ਨਾਲ ਜੁੜ ਜਾਏ, ਉਸ ਦੇ ਨਾਮ ਦੇ ਨਾਲ ਵੀ ਸਾਹਿਬ ਲੱਗ ਜਾਂਦਾ ਹੈ, ਉਹ ਵੀ ਸਤਿਕਾਰ ਦੇ ਯੋਗ ਬਣ ਜਾਂਦੇ ਨੇ। ਭਗਤ ਰਵਿਦਾਸ ਸਾਹਿਬ, ਬਾਬਾ ਕਬੀਰ ਸਾਹਿਬ, ਉਹ ਵੀ ਸਤਿਕਾਰ ਦੇ ਯੋਗ ਬਣ ਗਏ ਜਿਨ੍ਹਾਂ ਨੇ ਬੰਦਗੀ ਕੀਤੀ। ਜਿਹੜਾ ਵੀ ਪਿਆਰਾ ਪ੍ਰਮਾਤਮਾ ਨਾਲ ਜੁੜਦਾ ਹੈ, ਪ੍ਰਮਾਤਮਾ ਉਹਨੂੰ ਸਨਮਾਨ ਤੇ ਸਤਿਕਾਰ ਬਖਸ਼ਿਸ਼ ਕਰ ਦਿੰਦਾ ਹੈ। ਤੇ ਹੁਣ ਜਿੰਨੇ ਵੀ ਅਸਥਾਨ ਅਸੀਂ ਵੇਖਦੇ ਹਾਂ, ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ, ਜਿਸ ਜਗ੍ਹਾ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਵਸਾਇਆ, ਜ਼ਿੰਦਗੀ ਦੇ ਅਖੀਰਲੇ ਸਾਲ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ ਨੇ। ਹੁਣ ਇੱਥੋਂ ਹੀ ਸਤਿਗੁਰਾਂ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਕੇ
ਤੇ ਇੱਥੋਂ ਕਿਹਾ ਤੁਸੀਂ ਆਪਣੇ ਨਗਰ ਚਲੇ ਜਾਓ, ਖਡੂਰ ਨਗਰ ਚਲੇ ਜਾਓ। ਹੁਣ ਖਡੂਰ ਉੱਥੇ ਦੂਸਰੇ ਪਾਸਾ ਮਹਾਰਾਜ ਆ ਕੇ ਆਪਣੇ ਘਰ ਵਿੱਚ ਵਿਰਾਜ ਗਏ ਤੇ ਖਡੂਰ ਨਗਰ ਹੁਣ ਸ੍ਰੀ ਖਡੂਰ ਸਾਹਿਬ ਬਣ ਗਿਆ, ਕਿਉਂਕਿ ਗੁਰੂ ਕੀ ਜੋਤ ਪ੍ਰਕਾਸ਼ਮਾਨ ਹੋ ਗਈ। ਇੱਧਰ ਸੰਗਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜੇ ਨਗਰ ਦੇ ਲੋਕ ਆਉਂਦੇ ਨੇ, ਸਤਿਗੁਰੂ ਉਹਨਾਂ ਨਾਲ ਬਚਨ ਵਿਲਾਸ ਕਰਦੇ ਨੇ। ਇੱਧਰ ਕਰਤਾਰਪੁਰ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜੇ ਹੋਏ ਨੇ। ਪਿੱਪਲ ਦੇ ਰੁੱਖ ਦੇ ਹੇਠਾਂ ਗੁਰੂ ਸਾਹਿਬ ਜੀ ਆਸਣ ਲਾ ਕੇ ਬੈਠਦੇ ਨੇ ਤੇ ਸੰਗਤਾਂ ਗੁਰੂ ਕੇ ਬਚਨ ਸੁਣਨ ਵਾਸਤੇ ਆਲੇ ਦੁਆਲੇ ਇਕੱਠੀਆਂ ਹੋ ਕੇ ਬੈਠ ਜਾਂਦੀਆਂ ਤੇ ਗੁਰੂ ਸਾਹਿਬ ਜੀ ਫਿਰ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਕਿ ਭਲਿਓ ਆਪਣੇ ਜੀਵਨ ਦਾ ਮਕਸਦ ਪਹਿਚਾਣੀਏ, ਅਸੀਂ ਆਏ ਕਿਉਂ ਹਾਂ ਇਸ ਸੰਸਾਰ ਦੇ ਉੱਤੇ, ਆਪਣੇ ਆਪ ਦੀ ਪਹਿਚਾਣ ਕਰੀਏ। ਕਿਉਂਕਿ ਜਿੰਨਾ ਕੁਝ ਅਸੀਂ ਪਸਾਰਾ ਵੇਖ ਰਹੇ ਹਾਂ ਸਮਾਜ ਦੇ ਵਿੱਚ, ਉਹ ਗੁਰੂ ਸਾਹਿਬ ਨੇ ਕੱਲ ਦੱਸਿਆ ਕਿ ਸਾਰਾ ਕੁਝ ਬੰਦਾ ਆਪਣੇ ਸਰੀਰ ਵਾਸਤੇ ਕਰਦਾ ਹੈ। ਪੈਸਾ ਕਮਾਉਂਦੇ ਅਸੀਂ ਸਾਰੇ ਕਾਹਦੇ ਵਾਸਤੇ? ਭੋਜਨ ਦੇ ਵਾਸਤੇ, ਸਰੀਰ ਨੂੰ ਸੁੱਖ ਦੇਣ ਵਾਲੀਆਂ ਸਹੂਲਤਾਂ ਪੈਦਾ ਕਰਨ ਵਾਸਤੇ, ਖਰੀਦਣ ਵਾਸਤੇ, ਵਸਤਰਾਂ ਦੇ ਵਾਸਤੇ, ਗੱਡੀਆਂ ਕਾਰਾਂ ਦੇ ਵਾਸਤੇ। ਜਿੰਨਾ ਵੀ ਕੁਝ ਅਸੀਂ ਕਰਦੇ ਆ, ਇਹ ਸਾਰਾ ਕੁਝ ਸਾਡੇ ਸਰੀਰ ਨੂੰ ਸੁੱਖ ਦੇਣ ਵਾਸਤੇ ਹੈ। ਤੇ ਜਿਹੜਾ ਸਰੀਰ ਦਾ ਸੁੱਖ ਹੈ, ਗੁਰੂ ਸਾਹਿਬ ਨੇ ਕਿਹਾ ਸਰੀਰ ਨੇ ਇੱਥੇ ਰਹਿ ਜਾਣਾ ਹੈ ਤੇ ਸਰੀਰ ਦੇ ਸੁੱਖ ਵੀ ਇੱਥੇ ਹੀ ਰਹਿ ਜਾਂਦੇ ਨੇ। ਜਿੰਨਾ ਕੁਝ ਸਰੀਰ ਨਾਲ ਜੁੜਿਆ ਹੈ, ਉਹ ਪਦਾਰਥ ਧਨ ਦੌਲਤ ਹੈ, ਭਾਵੇਂ ਕੁਝ ਵੀ ਹੋਵੇ, ਉਹ ਸਾਰੇ ਦਾ ਸਾਰਾ ਕੁਝ ਸਰੀਰ ਇੱਥੇ ਹੀ ਰਹਿ ਜਾਂਦਾ ਹੈ ਤੇ ਇਹ ਧਨ ਪਦਾਰਥ ਤੇ ਸੁੱਖਾਂ ਦੇ ਸਾਰੇ ਸਾਧਨ ਵੀ ਇੱਥੇ ਧਰੇ ਧਰਾਏ ਰਹਿ ਜਾਂਦੇ ਨੇ। ਹੁਣ ਸਾਡੇ ਅੰਦਰ ਕੀ ਵਸਦਾ ਹੈ? ਗੁਰੂ ਸਾਹਿਬ ਕਹਿੰਦੇ ਜਿਹੜੀ ਅੰਦਰ ਜੋਤ ਵਸਦੀ ਹੈ, ਜਿਹਨੂੰ ਆਤਮਾ ਕਿਹਾ ਜਾਂਦਾ ਹੈ, ਉਹਦੇ ਸੁੱਖ ਵਾਸਤੇ ਅਸੀਂ ਕੋਈ ਉਪਰਾਲਾ ਨਹੀਂ ਕਰਦੇ। ਸਰੀਰ ਦੇ ਭੋਜਨ ਦਾ ਵੀ ਪ੍ਰਬੰਧ ਅਸੀਂ ਵਧੀਆ ਕਰ ਲਿਆ, ਸਰੀਰ ਨੂੰ ਗਰਮ ਤੇ ਸਰਦ ਰੱਖਣ ਦੇ ਪ੍ਰਬੰਧ ਵੀ ਅਸੀਂ ਕਰ ਲਏ। ਹਰੇਕ ਸੁੱਖ ਸਰੀਰ ਦਾ ਹੈਗਾ, ਸਾਡੇ ਕੋਲ ਮੌਜੂਦ ਹੈ, ਪਰ ਆਤਮਾ ਦੇ ਸੁੱਖ ਵਾਸਤੇ, ਮਨ ਦੇ ਸੁੱਖ ਵਾਸਤੇ ਅਸੀਂ ਕੋਈ ਉਪਰਾਲਾ ਨਹੀਂ ਕਰਦੇ। ਜਿੱਥੇ ਸਰੀਰ ਨੂੰ ਭੋਜਨ ਦੀ ਲੋੜ ਹੈ, ਉੱਥੇ ਆਤਮਾ ਨੂੰ ਵੀ ਭੋਜਨ ਦੀ ਲੋੜ ਸੀ। ਉਹ ਬੰਦਗੀ ਦਾ, ਨਾਮ ਦਾ, ਸੇਵਾ ਸਿਮਰਨ ਦਾ ਭੋਜਨ ਕਰਨਾ ਸੀ, ਪਰ ਉਹ ਕੀਤਾ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਆਰਿਆਂ ਨੂੰ ਸਮਝਾਉਂਦੇ ਨੇ, ਕਹਿੰਦੇ ਇਸ ਚੀਜ਼ ਨੂੰ ਵਿਚਾਰੋ, ਅਸੀਂ ਹੈ ਕੌਣ ਆ, ਸਾਡਾ ਅਸਲੀ ਸਰੂਪ ਕੀ ਹੈ, ਕਿਉਂ ਸੰਸਾਰ ਵਿੱਚ ਆਏ ਆ, ਕਾਹਦੇ ਵਾਸਤੇ ਆਉਣਾ ਕੀਤਾ ਹੈ। ਬੰਦਾ ਕਹਿੰਦੇ ਗਿਆਨ ਤੋਂ ਬਿਨਾ, ਸੱਚ ਦੀ ਸਮਝ ਤੋਂ ਬਿਨਾ, ਬੰਦੇ ਦੀ ਦੇਹ ਬਿਨਾ ਕਿਸੇ ਕੰਮ ਦੀ ਨਹੀਂ। ਗੁਰੂ ਨੇ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਜੇ ਬੰਦੇ ਵਿੱਚੋਂ ਬੰਦਾ ਹੀ ਮਰ ਜਾਏ, ਬੰਦੇ ਵਿੱਚੋਂ ਇਨਸਾਨੀਅਤ ਹੀ ਮਰ ਜਾਏ, ਤਾਂ ਬੰਦਾ ਕਿਸੇ ਕੰਮ ਦਾ ਨਹੀਂ। ਆਪਾਂ ਬਚਨ ਪੜ੍ਹਦੇ ਹਾਂ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ, ਆਪਣੇ ਕਰਮ ਕੀ ਗਾਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਸਾਹਿਬ ਕਹਿੰਦੇ ਜਿਸ ਵੇਲੇ ਬੰਦੇ ਦੇ ਅੰਦਰੋਂ ਨਰੂ ਮਰੈ, ਨਰੂ ਦਾ ਅਰਥ ਹੈ ਜਿਹੜਾ ਸਾਡੇ ਅੰਦਰ ਨਰ ਹੈ, ਜਿਹਨੂੰ ਅਸੀਂ ਬੰਦਾ ਕਹਿੰਦੇ ਹਾਂ, ਇਨਸਾਨੀਅਤ ਕਹਿ ਲਓ, ਗੁਣ ਕਹਿ ਲਓ। ਜਿਸ ਵੇਲੇ ਬੰਦੇ ਵਿੱਚੋਂ ਨਰ ਮਰ ਗਿਆ, ਭਾਵ ਕਿ ਇਨਸਾਨੀਅਤ ਮਰ ਗਈ, ਗੁਣ ਮਰ ਗਏ, ਚੰਗਿਆਈਆਂ ਮਰ ਗਈਆਂ, ਬੰਦਾ ਕਿਸੇ ਕੰਮ ਦਾ ਨਹੀਂ। ਪਰ ਜੇ ਸਾਡੇ ਜੀਵਨ ਵਿੱਚੋਂ ਪਸ਼ੂ ਮਰ ਗਿਆ, ਇੱਕ ਪਸ਼ੂ ਹੈ ਸਾਡੇ ਜੀਵਨ ਵਿੱਚ, ਇੱਕ ਜੀਵਨ ਵਿੱਚ ਮਨੁੱਖ ਹੈ, ਦੇਵਤਾ ਹੈ। ਪਸ਼ੂ ਵਿਰਤੀਆਂ ਵਾਲੇ ਕੰਮ ਕਰਦੇ ਆ, ਸਾਡੇ ਜੀਵਨ ਵਿੱਚ ਪਸ਼ੂ ਹੈ। ਜੇ ਅੰਦਰਲਾ ਪਸ਼ੂ ਅਸੀਂ ਮਾਰ ਦਿੱਤਾ ਤਾਂ ਇਹ ਬੰਦਾ 10 ਕਾਰਜ ਸਵਾਰਨ ਦੇ ਯੋਗ ਹੋ ਜਾਂਦਾ ਹੈ। ਦੂਜਿਆਂ ਦਾ ਵੀ ਭਲਾ ਕਰਦਾ ਹੈ, ਹੋਰਾਂ ਦਾ ਭਲਾ ਕਰਦਾ ਹੈ, ਆਪਣੇ ਭਲੇ ਵਾਸਤੇ ਵੀ ਕਾਰਜ ਕਰਦਾ ਹੈ। ਪਰ ਜੇ ਬੰਦੇ ਦੇ ਜੀਵਨ ਵਿੱਚ ਪਸ਼ੂ ਜੀਵਨ ਭਾਰੀ ਹੈ, ਤੇ ਫਿਰ ਬੰਦਾ ਬਿਨਾਂ ਸਿੰਘਾਂ ਤੋਂ ਹੀ ਦੂਜਿਆਂ ਨੂੰ ਸਿੰਘ ਮਾਰੀ ਜਾਂਦਾ ਹੈ। ਫਿਰ ਤਾਂ ਬੰਦਾ ਝਗੜੇ ਪਾਉਂਦਾ ਹੈ, ਵੈਰ ਵਿਰੋਧ ਪਾਈ ਜਾਂਦਾ ਹੈ, ਕਲ ਕਲੇਸ਼ ਪੈਦਾ ਕਰੀ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਮਝਾ ਰਹੇ ਨੇ, ਆਪੋ ਪ੍ਰੇਮ ਸਹਿ ਵਿਚਾਰਨਾ ਕਰੀਏ। ਬਿਨ ਵਿਚਾਰ ਨਰ ਦੇ ਅਕਾਰਥ, ਨਾਮ ਸਿਮਰ ਜੇ ਲੈ ਨਾ ਪਰਮਾਰਥ। ਸਾਹਿਬ ਕਹਿੰਦੇ ਨੇ ਗਿਆਨ ਤੋਂ ਬਿਨਾਂ ਮਨੁੱਖ ਦਾ ਜੀਵਨ ਬਿਲਕੁਲ ਬੇਕਾਰ ਹੈ। ਜੇ ਗਿਆਨ ਨਾਲ ਨਹੀਂ ਜੁੜੇ, ਸੱਚ ਨਾਲ ਨਹੀਂ ਜੁੜੇ,
ਤੇ ਫਿਰ ਤਾਂ ਬੰਦਾ ਉਹੀ ਕੁਝ ਕਰਦਾ ਜਿਹੜਾ ਕੁਝ ਪਸ਼ੂ ਵਿਰਤੀਆਂ ਕਰਦੀਆਂ ਨੇ। ਬੰਦਾ ਕਹਿੰਦਾ ਜੀ ਮੈਂ ਪਰਿਵਾਰ ਪਾਲ ਲਿਆ, ਮੈਂ ਤਾਂ ਭੋਜਨ ਬੜਾ ਸੁੰਦਰ ਖਾਂਦਾ ਹਾਂ। ਤੇ ਗੁਰੂ ਸਾਹਿਬ ਨੇ ਕੀ ਕਿਹਾ, ਜੇ ਬੰਦਾ ਨਾਮ ਤੋਂ ਟੁੱਟਿਆ ਹੋਇਆ ਹੈ, ਬੰਦਗੀ ਤੋਂ ਟੁੱਟਿਆ ਹੋਇਆ ਹੈ, ਤਾਂ ਸਤਿਗੁਰੂ ਕਹਿੰਦੇ ਬੰਦਾ ਭੋਜਨ ਭਾਵੇਂ ਕਿੰਨਾ ਵੀ ਸੁੰਦਰ ਖਾ ਰਿਹਾ ਹੋਵੇ, ਪਰ ਨਾਮ ਤੋਂ ਟੁੱਟ ਕੇ ਖਾਧਾ ਹੋਇਆ ਭੋਜਨ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਕੁੱਤੇ ਦਾ ਜੂਠਾ ਬੰਦਾ ਖਾ ਰਿਹਾ ਹੋਵੇ। ਆਪਾਂ ਹੁਣ ਵੈਸੇ ਕਿਸੇ ਨੂੰ ਕਹਿ ਦੋ ਭਾਈ ਤੂੰ ਕੁੱਤੇ ਦਾ ਜੂਠਾ ਖਾ ਲੈ, ਨਹੀਂ ਬੰਦਾ ਕੋਈ ਖਾਏਗਾ। ਪਰ ਗੁਰੂ ਸਾਹਿਬ ਕਹਿੰਦੇ ਨੇ ਨਾਮ ਬਿਨਾ ਜੋ ਪਹਿਰੇ ਖਾਏ, ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਬੰਦਾ ਜੋ ਖਾਂਦਾ ਹੈ ਤੇ ਜੋ ਪਹਿਨਦਾ ਹੈ, ਜੋ ਕੂਕਰ ਜੂਠਣ ਮੈਂ ਪਾਏ, ਬੰਦਗੀ ਤੋਂ ਬਿਨਾ ਜੋ ਬੰਦਾ ਪਹਿਨਦਾ ਤੇ ਖਾਂਦਾ, ਭਾਵੇਂ ਬੰਦਾ ਕਹਿੰਦਾ ਜੀ ਬੜਾ ਮਹਿੰਗਾ ਖਾਣਾ ਖਾਂਦਾ, ਬੜੇ ਮਹਿੰਗੇ ਮੇਰੇ ਵਸਤਰ ਨੇ, ਪਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਹੈ ਉਹ ਭੋਜਨ ਜਿਵੇਂ ਕੁੱਤੇ ਦਾ ਜੂਠਾ ਕੀਤਾ ਹੋਵੇ। ਜਿਉਂ ਕੂਕਰ ਜੂਠਣ ਮੈਂ ਪਾਏ, ਇਸ ਤਰ੍ਹਾਂ ਦਾ ਭੋਜਨ ਹੈ। ਭਾਵ ਕਿ ਉਹ ਭੋਜਨ ਖਾਧੇ ਦਾ ਕੋਈ ਲਾਭ ਨਹੀਂ ਜਿਹੜਾ ਭੋਜਨ ਖਾ ਕੇ ਦੇਣ ਵਾਲੇ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਨਹੀਂ ਕੀਤਾ, ਉਹਨੂੰ ਯਾਦ ਹੀ ਨਹੀਂ ਕੀਤਾ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਵੀ ਆਪਣੇ ਗੁਰਸਿੱਖਾਂ ਨੂੰ ਸਮਝਾਉਂਦੇ ਨੇ ਕਿ ਗਿਆਨ ਹੋਣਾ, ਸੱਚ ਦੀ ਸਮਝ ਹੋਣੀ, ਇਹ ਮਨੁੱਖ ਦੇ ਜੀਵਨ ਦਾ ਮਕਸਦ ਹੈ। ਜੇ ਗਿਆਨ ਨਾ ਹੋਇਆ ਜੀਵਨ ਵਿੱਚ, ਸਿਮਰਨ ਨਾ ਕੀਤਾ, ਪਰਮਾਰਥ ਦਾ ਪਤਾ ਹੀ ਨਾ ਲੱਗਿਆ, ਤਾਂ ਬੰਦੇ ਦੇ ਜੀਵਨ ਦਾ ਕੋਈ ਲਾਭ ਨਹੀਂ। ਨਿਫਲ ਹੋਤ ਦੁੱਖ ਕੋ ਅਧਿਕਾਏ, ਤੀਨ ਅਵਸਥਾ ਰਹਿ ਵਿਚਾਈ। ਨਾਮ ਤੋਂ ਬਿਨਾ ਬੰਦਾ ਦੁੱਖਾਂ ਦਾ ਅਧਿਕਾਰੀ ਬਣ ਜਾਂਦਾ ਹੈ। ਗਿਆਨ ਤੋਂ ਰਹਿਤ ਭਾਵੇਂ ਬੱਚਾ ਹੈ, ਗਿਆਨ ਤੋਂ ਰਹਿਤ ਭਾਵੇਂ ਕੋਈ ਜਵਾਨ ਹੈ, ਗਿਆਨ ਤੋਂ ਰਹਿਤ ਭਾਵੇਂ ਕੋਈ ਵਿਰਧ ਹੈ। ਤਿੰਨੇ ਅਵਸਥਾ ਦੇ ਵਿੱਚ ਜੇ ਬੰਦੇ ਨੂੰ ਸੱਚ ਦੀ ਵਿਚਾਰ ਦਾ ਨਹੀਂ ਪਤਾ, ਗਿਆਨ ਦਾ ਨਹੀਂ ਪਤਾ, ਬੱਚੇ ਹੁੰਦਿਆਂ ਵੀ ਹੱਸਦਿਆਂ ਖੇਡਦਿਆਂ ਹੀ ਗਵਾ ਦਿੱਤੇ, ਜਵਾਨ ਹੋਏ ਤੇ ਜਵਾਨ ਹੁੰਦਿਆਂ ਫਿਰ ਕੰਮਾਂ ਧੰਦਿਆਂ 'ਚ ਹੀ ਗਵਾ ਦਿੱਤੇ, ਬੁਢੇਪੇ ਦੇ ਵੇਲੇ ਜਾ ਕੇ ਚਿੰਤਾ ਵਿੱਚ ਹੀ ਜੀਵਨ ਗਵਾ ਦਿੱਤਾ। ਤੇ ਗੁਰੂ ਸਾਹਿਬ ਕਹਿੰਦੇ ਤਿੰਨੇ ਅਵਸਥਾਵਾਂ ਬਿਰਥੀਆਂ ਚਲੀਆਂ ਗਈਆਂ, ਜਵਾਨੀ ਵੀ ਚਲੀ ਗਈ, ਬਚਪਨ ਵੀ ਚਲਾ ਗਿਆ ਤੇ ਬਿਰਧ ਅਵਸਥਾ ਵੀ ਚਲੀ ਗਈ। ਜੀਵਨ ਵਿੱਚ ਕੁਝ ਕਮਾ ਨਹੀਂ ਸਕੇ। ਨਿਕਸਤ ਜੋਨ ਅਦਕ ਦੁਖ ਪਾਵਾ, ਬਹਿਰ ਤਨਕ ਤਰ ਪੁਨਿਆਵਾ। ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਿ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ, ਜਨਮ ਤੋਂ ਪਹਿਲਾਂ ਗਰਭ ਜੋਨ ਦੇ ਵਿੱਚ ਰਹਿੰਦਾ ਹੈ। ਉੱਥੇ ਗਰਭ ਜੋਨ ਵਿੱਚ ਰਹਿਣਾ ਕੋਈ ਸੌਖਾ ਨਹੀਂ ਹੈ, ਬੜਾ ਔਖਾ ਹੈ ਜਠਰ ਅਗਨੀ ਦੇ ਵਿੱਚ ਰਹਿਣਾ। ਜਨਮ ਦੇ ਸਮੇਂ ਬੰਦਾ ਦੁੱਖ ਪਾਉਂਦਾ ਹੈ, ਫਿਰ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਜਨਮ ਲੈ ਕਰਕੇ ਫਿਰ ਇੱਥੇ ਆਉਂਦਿਆਂ ਹੀ ਸੰਸਾਰ ਦੇ ਨਾਲ ਬੰਦੇ ਦਾ ਮੋਹ ਪੈ ਜਾਂਦਾ ਹੈ। ਬਲ ਵਿਹੀਣ ਮੂਰਖਤਾ ਭਾਰੀ, ਗ੍ਰਹਿ ਕਿਤ ਕਰਤ ਗੇਰ ਮਹਿਤਾਰੀ। ਬਚਪਨ ਦੇ ਵਿੱਚ ਬੱਚੇ ਦਾ ਬਾਲਪਣ ਭਾਰੀ ਹੁੰਦਾ ਹੈ, ਬਹੁਤੀ ਬੱਚੇ ਨੂੰ ਸਮਝ ਨਹੀਂ ਹੁੰਦੀ, ਬਸ ਜਿਵੇਂ ਅਸੀਂ ਸਿਖਾਉਂਦੇ ਹਾਂ ਬੱਚੇ ਨੂੰ ਉਵੇਂ ਕਰੀ ਜਾਂਦਾ ਹੈ। ਤੇ ਉਸੇ ਤਰ੍ਹਾਂ ਹੀ ਮਾਤਾ ਕੀ ਕਰਦੀ ਹੈ, ਹੁਣ ਮਾਤਾ ਬੱਚੇ ਨੂੰ ਘਰ ਵਿੱਚ ਲਿਟਾ ਦਿੰਦੀ ਹੈ, ਆਪਣੇ ਕੰਮ ਕਰੀ ਜਾਂਦੀ ਹੈ। ਦੋਹਰਾ ਬਾਲ ਵਿਵਸਥਾ ਕੇ ਵਿਖੈ, ਏਤੇ ਹੋਤ ਵਿਕਾਰ, ਭ੍ਰਾਂਤ ਜਲਤ ਨਾ ਚਪਲਤਾ, ਇਸ ਦੀਨਤਾ ਧਾਰ। ਜਿਹੜੀ ਬਾਲ ਅਵਸਥਾ ਹੈ, ਜਿਹਨੂੰ ਅਸੀਂ ਵੀ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਜੀ, ਸਾਨੂੰ ਬਚਪਨ ਬੜਾ ਚੇਤੇ ਆਉਂਦਾ ਹੈ। ਬਚਪਨ ਵਿੱਚ ਅਸੀਂ ਬੜੇ ਸੁਖੀ ਸਾਂ, ਕੋਈ ਫਿਕਰ ਨਹੀਂ ਸੀ ਹੋਇਆ ਕਰਦਾ, ਕੋਈ ਚਿੰਤਾ ਨਹੀਂ ਸੀ ਹੋਇਆ ਕਰਦੀ। ਬਚਪਨ ਦੇ ਵਿੱਚ ਇਕੱਲਾ ਬਸ ਖਾਣ ਪੀਣ ਦਾ ਤੇ ਖੇਡਣ ਦਾ ਬੰਦੇ ਦੇ ਮਨ ਵਿੱਚ ਖਿਆਲ ਹੁੰਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਬਾਲਪਣ ਦੇ ਵਿੱਚ ਵੀ ਅਣਜਾਣ ਹੁੰਦਾ ਹੈ ਬੱਚਾ, ਬਿਲਕੁਲ ਅਣਜਾਣਪੁਣੇ ਦੇ ਵਿੱਚ ਹੀ ਕਈ ਤਰ੍ਹਾਂ ਦੇ ਕਰਮ ਬੰਦਾ ਕਰਦਾ ਹੈ। ਨਿੱਕੀ ਨਿੱਕੀ ਗੱਲ ਉੱਤੇ ਬੰਦਾ ਖਿੱਝਦਾ। ਬਚਪਨ ਦੇ ਵਿੱਚ ਬੱਚੇ ਆਪਾਂ ਵੇਖਦੇ ਹਾਂ ਜਿੱਦ ਕਰਦੇ ਨੇ ਵਸਤੂਆਂ ਲੈਣ ਦੇ ਵਾਸਤੇ। ਉਹਨਾਂ ਦੀ ਜਿੱਦ ਭਾਵੇਂ ਖੇਡਾਂ ਵਾਸਤੇ ਹੁੰਦੀ ਹੈ, ਖਿਡੌਣਿਆਂ ਵਾਸਤੇ ਹੁੰਦੀ ਹੈ, ਪਰ ਜਿੱਦ ਕਰਦੇ ਹਨ। ਚੰਚਲ ਹੋਣ ਕਰਕੇ ਸ਼ੈਤਾਨੀਆਂ ਬੱਚਾ ਕਰਦਾ ਹੈ ਤੇ ਕਈ ਸਾਰੀਆਂ ਸੱਟਾਂ ਲਵਾਉਂਦਾ ਹੈ। ਤੇ ਜੋ ਵੇਖ ਲਵੇ ਬੱਚਾ ਉਹ ਚੀਜ਼ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦਾ, ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ। ਤੇ ਜਦੋਂ ਮਨ ਇੱਛਤ ਵਸਤੂਆਂ ਦੀ ਪ੍ਰਾਪਤੀ ਨਾ ਹੋਵੇ ਤੇ ਬੱਚੇ ਬਹੁਤ ਜ਼ਿਆਦਾ ਜਿੱਦੀ ਹੋਣ ਕਰਕੇ ਰੋਂਦੇ ਨੇ। ਹੁਣ ਖਿੱਚ ਤਾਂ ਹੈ, ਪਰ ਖਿੱਚ ਕਿਹਦੀ ਹੈ? ਇਕੱਲੇ ਖਿਡੌਣਿਆਂ ਦੀ ਹੈ। ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ, ਕਹਿੰਦੇ ਨੇ ਪਹਿਲਾਂ ਬਚਪਨ ਦੇ ਵਿੱਚ ਬਿਲਕੁਲ ਕੁਝ ਬੋਲਣਾ ਨਹੀਂ ਸੀ ਆਉਂਦਾ, ਫਿਰ ਸਿੱਖਿਆ
ये मेरी माँ है। मैं शुरू हुई मेरी माँ तो, मेरी माँ, मेरा पिता, पहला इन्ना ही सी, फिर अगे पता लग्या ये भैन भरा ने, ये मेरी भैन, मेरा भरा, मैं होर वधी, फिर बच्चा कहता है ये मेरा खिडौना, ये मेरियां किताबां, ये मेरा बस्ता, होर मैं वधी, फिर बच्चा होर आले दुआले, ये मेरे दोस्त ने, ये मेरा स्कूल है। मैं दा पसारा खिलरदा गया ते हुण हर जिवें जिवें बंदा बंदा वड्डा होई जांदा है, ये मेरा घर, ये मेरियां कारां, ये मेरे कपड़े, मैं करदियां सारी जिंदगी लंघ गई। मैं दी मोहर लाउंदे चले गए हरेक चीज़ दे उत्ते, आ भी मेरा, आ भी मेरा, आ भी मेरा। ते होया कि अखीरले समय ते जांदियां जांदियां अखीरले समय, अखीरले दिन, अखीरले पल पता लग्या इन्हां चीज़ां चों एक भी चीज़ मेरी नहीं सी। जिन्हां नूं सारिआं नूं कहा ये मेरी, आ मेरी, आ भी मेरी, आ भी मेरा, इत्थों तक असीं कागज़ भी दुनियावी तौर ते कराउने आ जी, आ चीज़ मेरी पक्की रजिस्टरी हो गई मेरे नाम ते। पर जिस वेले वो समा आउंदा है, जिन्हां नूं मैं दीआं मोहरां लाईआं सब कुछ छड्ड के बंदा तुर पैंदा है। उस वेले पता हुंदा है कि जे इहदे मैं दे नालों तू ही तू कर लैंदे, तू करता तू हुआ, मुझ में रहा ना हूँ, जब आपा परका मिट गया, जत देखा तत तू। जिथे संसार विच रहिंदे उत्थे तू ही तू उस मालक जी दे गुण भी गा लैंदे, बंदगी भी कर लैंदे, तां अखीरले समय ते खाली हत्थ ना रहना पैंदा। क्योंकि जिन्हां उत्ते मैं दा असीं मोहर लावांगे, मैं ही मैं करदे गए, वो चीज़ां तां हत्थ विचों सारियां निकल जाणीਆਂ ने। ते परमात्मा जी दा नाम जिहड़ा नाल रहना है, वो असीं कमाया नहीं। ते गुरु नानक साहब महाराज भी यही गल कहंदे ने, बच्चा तां है पर बच्चे दे मन विच भी कई चीज़ां पैदा हो जांदियां, वो अगे नूं वधदियां ने। पर एक गल है, जे बचपन चंगा बतीत हो जाए, बचपन दे विच संस्कार चंगे मिल जाण, तां बंदे दी जिंदगी बन जांदी, बंदा माड़े पासे तो बच जांदा है। ते कई हरेक बंदा इस तरह की किस्मत वाला नहीं हुंदा कि उहदा बचपन चंगी संगत विच ही बतीत होया होवे, चंगियां विचारां विच ही बतीत होया होवे। पर जिन्हां दा बचपन चंगे माहौल विच होवे, चंगियां विचारां लैके बतीत होवे, उन्हां दा जीवन, अगला जीवन सौखा बतीत हो जाता है। चौपई प्रथम आसकत जानवे ऐसे, कसु न किरत होत है जैसे। गुरु साहब कहते जिहड़ी बचपन की उम्र है, चलो ठीक है, शक्ति तो रहत है, बंदा कुछ कर नहीं सकता, बंदा खेडदा है, माता पिता के उत्ते निर्भर है। उन मूर्ख का समझ न सके, भरम भरियो अनानको तकही। पर जिमें जिमें बंदे की आरबला वधदी है, फिर भरमां दा भरिया हरेक वल देखण लग पैंदा, इहदे कोल इह चीज़ है, इहदे कोल इह चीज़ है। बहुत जलत ना जो किछ चाहे, जलत रहत सो पावत नाही। हुण मन ही मन बंदे दे अंदर जलन पैदा होनी शुरू हो जाती है। जिस वेले दूसरियां कोल वस्तुआं वेखदा है तां बंदे दे अंदर साड़ा पैदा हुंदा है। कापे कथाल थिर रह ना सकत जस, त्यो न ठहरे चंचलता अस। साडा जीवन इस तरह का है जिमें बांदर किते टेके नहीं बैठ सकता, उस तरह बंदे का मन ये भी कदे टेके नहीं बैठता, ये भी हर वेले दौड़िया रहिंदा है। इच्छा सदा पदार्थ केरी, होत दीनता सबने अगेरी। बचपन तो लैके बंदे की पदार्थां की इच्छा जिवें जिवें वधदी जाती है, बंदा हरेक दे अगे हाथ अड्डण वास्ते तैयार हो जाता है। मूड गुंग अपवित्र रहाई, बांछत वस्त न उचर सकाय। हुण बचपन दे विच तां बोल के मंग नहीं सी सकदा, बस इशारा करदा सी ते रोण लग पैंदा सी बच्चा। आ वस्तु चाहिदी है, इशारा ही करदा बच्चा, बोल नहीं सकदा पर इच्छा पैदा हो जाती है। मात पिता को भय नित रहे, किन किन विखे अनादर लही। माता पिता जिहड़े बच्चे नूं पालदे ने, उन्हां दी वड्डी जिम्मेवारी हुंदी है। वो डरदे रहिंदे ने साडे बच्चे नूं कुछ हो ना जावे, साडा बच्चा किथे गलत पासे ना चला जावे, नूं सट ना लग जाए। माता पिता दा अपना फिक्र हुंदा है,
बाल अवस्था सुख खानी जिसमें सुस की रंच न जानी। गुरु साहब कहते ने पर जे बचपन दे विच कोई बंदगी करन वाले पासे लग जाए, माता पिता परमात्मा वाले पासे लगे होण, ਉਹਦੇ ਜੀਵਨ ਵਿੱਚੋਂ ਦੁੱਖ ਘਟ ਜਾਂਦੇ ਨੇ। ਪਰ ਜੇ ਬੰਦਾ ਕਵੇ ਜੀ ਬਚਪਨ ਦੇ ਵਿੱਚ ਬੰਦੇ ਨੇ ਸੱਚ ਦੀ ਵਿਚਾਰ ਦੇ ਨਾਲ ਮਨ ਨਹੀਂ ਜੋੜਿਆ, ਤਾਂ ਬਚਪਨ ਵੀ ਦੁੱਖਾਂ ਤੋਂ ਸਿਵਾਏ ਹੈ ਕੁਝ ਨਹੀਂ। ਤਾਤੇ ਸਿਮਰਨ ਸ੍ਰੀ ਕਰਤਾਰਾ ਨਰ ਤਨ ਧਰਵੇ ਕਰੋ ਉਧਾਰਾ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਕਿਰਪਾ ਕੀਤੀ ਹੈ। ਸਾਨੂੰ ਉਦਾਹਰਣ ਜਦੋਂ ਨਾਮ ਜਪਣ ਦੀ ਦਿੱਤੀ ਤਾਂ ਬਚਪਨ ਵਾਲੇ ਬੱਚਿਆਂ ਦੀ ਦਿੱਤੀ ਹੈ। ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਜਪਣ ਦੀ ਪ੍ਰੇਰਨਾ ਦਿੱਤੀ ਉਹਨਾਂ ਬੱਚਿਆਂ ਦੇ ਜੀਵਨ ਤੋਂ, ਪਰ ਉਹਨਾਂ ਦਾ ਜੀਵਨ ਬੰਦਗੀ ਵਾਲਾ ਹੈ। ਬਚਪਨ ਤੋਂ ਹੀ ਜੁੜ ਗਏ ਸੱਚ ਦੇ ਨਾਲ ਤੇ ਐਸੀ ਭਗਤੀ ਕੀਤੀ ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਕੋਲੋਂ ਪ੍ਰੇਰਨਾ ਲੈ ਕੇ ਤੂੰ ਵੀ ਬੰਦਗੀ ਕਰ, ਜਿਵੇਂ ਉਹਨਾਂ ਦੇ ਮਨ ਵਿੱਚ ਨਿਰਮਲਤਾ ਹੀ ਸੀ। ਆਪਾਂ ਵੇਖਦੇ ਹਾਂ ਵੈਸੇ ਜਿਵੇਂ ਜਿਵੇਂ ਅੱਜ ਛੋਟੇ ਛੋਟੇ ਜਿਹੜੇ ਬੱਚੇ ਨੇ, ਹਰੇਕ ਬੰਦਾ ਛੋਟੇ ਬੱਚੇ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤੇ ਬੱਚੇ ਦੇ ਮਨ ਵਿੱਚ ਵੀ ਨਿਰਮਲਤਾ ਹੀ ਹੁੰਦੀ ਹੈ। ਉਹਨੂੰ ਨਹੀਂ ਪਤਾ ਇਹ ਬੰਦਾ ਕੌਣ ਹੈ, ਬੱਚਾ ਹਰੇਕ ਵੱਲ ਵੇਖ ਕੇ ਹੱਸ ਪਏਗਾ। ਬੱਚੇ ਦੀ ਮੁਸਕਰਾਹਟ ਜਿਹੜੀ ਹੈ ਉਹ ਮੈਲ ਤੋਂ ਰਹਿਤ ਹੈ, ਸਵਾਰਥ ਤੋਂ ਰਹਿਤ ਹੈ, ਚਿੰਤਾ ਤੋਂ ਰਹਿਤ ਹੈ, ਇਸ ਕਰਕੇ ਹਰੇਕ ਨੂੰ ਸੁੱਖ ਦਿੰਦੀ ਹੈ। ਬੱਚਾ ਕਿਸੇ ਦਾ ਵੀ ਹੋਵੇ ਹਰੇਕ ਨੂੰ ਵਧੀਆ ਲੱਗਦਾ, ਪਿਆਰਾ ਲੱਗਦਾ ਹੈ। ਤੇ ਬੱਚੇ ਦੇ ਵਧੀਆ ਕਿਉਂ ਲੱਗਦਾ? ਕਿਉਂਕਿ ਉਹਦੇ ਅੰਦਰ ਮਾਸੂਮੀਅਤ ਹੈ, ਉਹਦੇ ਅੰਦਰ ਅਜੇ ਮੈਲ ਨਹੀਂ। ਪਰ ਜਿਵੇਂ ਜਿਵੇਂ ਅਸੀਂ ਉਮਰ ਸਾਡੀ ਵੱਧਦੀ ਹੈ ਫਿਰ ਸਾਡੇ ਚਿਹਰੇ ਕਰੂਪ ਹੋਈ ਜਾਂਦੇ ਨੇ, ਕਿਉਂਕਿ ਸਾਡੇ ਅੰਦਰ ਕੁਝ ਨਾ ਕੁਝ ਬਦਲਾਵ ਆਈ ਜਾਂਦਾ ਹੈ। ਸਾਡੇ ਮਨ ਦੀਆਂ ਸੋਚਾਂ ਬਦਲੀ ਜਾਂਦੀਆਂ ਨੇ, ਵਿਚਾਰਾਂ ਬਦਲੀ ਜਾਂਦੀਆਂ ਨੇ ਤੇ ਬੰਦਾ ਕਈ ਵਾਰੀ ਫਿਰ ਝੂਠੀ ਮੁਸਕਰਾਹਟ ਵੀ ਆਪਣੇ ਚਿਹਰੇ ਤੇ ਲੈ ਕੇ ਆਉਂਦਾ, ਪਰ ਪਤਾ ਲੱਗ ਜਾਂਦਾ ਹੈ ਕਿ ਇਹ ਮੁਸਕਰਾਹਟ ਝੂਠੀ ਹੈ, ਉਹ ਦੁਨੀਆ ਨੂੰ ਬਹੁਤਾ ਸੁੱਖ ਨਹੀਂ ਦਿੰਦੀ। ਸਾਨੂੰ ਵੀ ਨਹੀਂ ਪਤਾ, ਸਾਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਵੈਸੇ ਝੂਠਾ ਜਿਹਾ ਹੱਸ ਰਹੇ ਹਾਂ, ਪਰ ਅੰਦਰੋਂ ਸਾਡੇ ਚਿੰਤਾ ਤੇ ਦੁੱਖ ਭਰੇ ਹੋਏ ਨੇ। ਬੱਚੇ ਦੀ ਮਾਸੂਮੀਅਤ ਕਰਕੇ, ਉਹਦਾ ਹਿਰਦਾ ਸਾਫ਼ ਹੋਣ ਕਰਕੇ ਉਹਦਾ ਚਿਹਰਾ ਸੁੱਖਦਾ ਹੀ ਹੈ। ਸਾਡਾ ਚਿਹਰਾ ਕਰੂਪ ਇਸ ਕਰਕੇ ਹੈ ਕਿਉਂਕਿ ਅਸੀਂ ਬਹੁਤ ਸਾਰੀ ਮਲੀਨਤਾ ਇਕੱਠੀ ਕਰ ਲਈ। ਸਾਡੇ ਮਨ ਵਿੱਚ ਵਿਕਾਰ ਇਕੱਠੇ ਹੋ ਗਏ, ਬੇਅੰਤ ਪਾਪ ਇਕੱਠੇ ਹੋ ਗਏ, ਇਸ ਕਰਕੇ ਸਾਡਾ ਚਿਹਰਾ ਸੁੱਖਦਾ ਹੀ ਨਹੀਂ ਰਹਿੰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਕਰਤਾਰ ਦਾ ਸਿਮਰਨ ਕੀਤਾ ਜਾਵੇ, ਬੰਦਗੀ ਕੀਤੀ ਜਾਏ, ਸਾਰਾ ਜੀਵਨ ਸੁੱਖਦਾ ਹੀ ਹੋ ਜਾਂਦਾ ਹੈ। ਮਨੁੱਖਾ ਜੀਵਨ ਦਾ ਭਲਾ ਹੋ ਜਾਂਦਾ ਹੈ, ਬੰਦੇ ਦਾ ਉਧਾਰ ਹੋ ਜਾਂਦਾ ਹੈ। ਬਹੁਰੋ ਜੁਬਾ ਅਵਸਥਾ ਪਾਏ ਕਾਮ ਪਿਸਾਚ ਲੱਗੇ ਤਵਿਆਏ। ਗੁਰੂ ਸਾਹਿਬ ਕਹਿੰਦੇ ਬਚਪਨ ਦੋ ਤਰ੍ਹਾਂ ਨਾਲ ਹੀ ਬਤੀਤ ਹੁੰਦਾ ਹੈ। ਇੱਕ ਤਾਂ ਬਚਪਨ ਆਮ ਬੱਚੇ ਦਾ ਹੈ, ਇੱਕ ਚੰਗੇ ਸੰਸਕਾਰਾਂ ਵਾਲੇ ਬੱਚੇ ਦਾ ਹੈ। ਜਿਹਦਾ ਬਚਪਨ ਵਿੱਚ ਧਿਆਨ ਜੁੜ ਗਿਆ, ਬਾਬਾ ਫਰੀਦ ਜੀ ਮਹਾਰਾਜ ਭਗਤਾਂ ਦੇ ਵਿੱਚੋਂ ਸ਼੍ਰੋਮਣੀ ਭਗਤ ਨੇ ਬਾਬਾ ਫਰੀਦ ਜੀ, ਬਚਪਨ ਵਿੱਚ ਹੀ ਮਾਤਾ ਨੇ ਜੋੜ ਦਿੱਤਾ, ਲਾਲਚ ਦੇ ਕੇ ਜੋੜਿਆ, ਪਰ ਜੁੜ ਗਏ ਬੰਦਗੀ ਵਾਲੇ ਪਾਸੇ ਤੇ ਪ੍ਰਮਾਤਮਾ ਜੀ ਨਾਲ ਏਕਮਿਕ ਹੋ ਗਏ। ਤੇ ਕੁਝ ਬੱਚੇ ਜਦੋਂ ਬਚਪਨ ਵਿੱਚ ਮਾੜੀਆਂ ਆਦਤਾਂ ਪੈ ਜਾਣ, ਉਹ ਬਚਪਨ ਵਿੱਚ ਚੋਰ ਵੀ ਬਣ ਜਾਂਦੇ ਜੇ ਉਹਨਾਂ ਦੀਆਂ ਆਦਤਾਂ ਨੂੰ ਨਾ ਸਵਾਰਿਆ ਜਾਵੇ। ਕਈ ਬੱਚੇ ਬਚਪਨ ਵਿੱਚ ਹੀ ਚੋਰ ਬਣਦੇ ਨੇ, ਕਈ ਬਚਪਨ ਵਿੱਚ ਹੀ ਬਹੁਤ ਜ਼ਿਆਦਾ ਝਗੜਾ ਕਰਨ ਵਾਲੇ ਬਣ ਜਾਂਦੇ। ਉਹਨਾਂ ਨੂੰ ਜੇ ਸੰਸਕਾਰ ਉਹਨਾਂ ਨੂੰ ਚੰਗੇ ਨਾ ਦਿੱਤੇ ਜਾਣ ਤੇ ਇਹੋ ਜਿਹਾ ਜੀਵਨ ਖਰਾਬ ਹੋ ਜਾਂਦਾ, ਸਾਰੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਲੀਹ ਤੇ ਨਹੀਂ ਆਉਂਦੀ। ਮਾਤਾ ਪਿਤਾ ਦੇ ਵਾਸਤੇ ਉਲਾਮੇ ਉਹਨਾਂ ਦੇ ਜੀਵਨ ਵਿੱਚ ਆਈ ਜਾਂਦੇ। ਇਹ ਆਪਣਾ ਹੁਣ ਜੀਵਨ ਕਿਸ ਮਾਹੌਲ ਵਿੱਚ ਰਹਿ ਰਹੇ ਹਾਂ, ਸੰਸਕਾਰ ਕੀ ਮਿਲ ਰਹੇ ਨੇ। ਜੇ ਗੁਰੂ ਸਾਹਿਬ ਕਹਿੰਦੇ ਸੰਸਕਾਰ ਚੰਗੇ ਮਿਲ ਜਾਣ, ਮਾੜੇ ਸੰਸਕਾਰਾਂ ਨਾਲ ਬਚਪਨ ਵੀ ਦੁਖਦਾਈ ਹੈ, ਸ਼ੁਭ ਸੰਸਕਾਰਾਂ ਦੇ ਨਾਲ ਬਚਪਨ ਦਾ ਵੀ ਭਲਾ ਹੋ ਜਾਂਦਾ। ਅੱਗੇ ਗੁਰੂ ਸਾਹਿਬ ਕਹਿੰਦੇ ਜਿਵੇਂ ਜਿਵੇਂ ਜਵਾਨ ਅਵਸਥਾ ਆਉਂਦੀ ਹੈ ਬੰਦੇ ਦੇ, ਜਿਨ੍ਹਾਂ ਨੂੰ ਬਚਪਨ ਮਿਲਿਆ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ, ਫਿਰ ਜਵਾਨੀ ਦਾ ਸਮਾਂ ਆ ਜਾਂਦਾ ਹੈ। ਜਵਾਨੀ ਦੇ ਸਮੇਂ ਦੇ ਵਿੱਚ ਬੰਦੇ ਦੇ ਅੰਦਰ ਆਪਣਾ ਬਲ ਵੱਧਦਾ ਹੈ, ਤਾਕਤ ਵੱਧਦੀ ਹੈ ਤੇ ਜਿੱਥੇ ਜਵਾਨੀ ਆਉਂਦੀ ਹੈ ਉੱਥੇ ਨਾਲ ਕਈ ਸਾਰੇ ਅਲਾਮਤਾਂ ਤੇ ਕਈ ਵਿਕਾਰ ਵੀ ਲੈ ਕੇ ਆਉਂਦੀ ਹੈ। ਤੇ ਇਹਨਾਂ ਵਿਕਾਰਾਂ ਵਿੱਚੋਂ ਕਾਮ ਤੇ ਕ੍ਰੋਧ ਜਿਹੜਾ ਹੈ ਬੰਦੇ ਦੇ ਜੀਵਨ ਤੇ ਭਾਰੂ ਹੁੰਦਾ ਹੈ। ਖੁਰਿਓ ਸਰੋਜ ਚਿੱਤ ਬਹੁ ਭਾਂਤੀ ਚਪੰਕੜੇ ਜਹ ਬਿਗਸਾਤੇ।
ਚਿੱਤ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਬੰਦੇ ਦੇ ਪੈਦਾ ਹੋ ਜਾਂਦੀਆਂ ਨੇ। ਜਿਵੇਂ ਜਿਵੇਂ ਜਵਾਨੀ ਦਾ ਸਮਾਂ ਆਉਂਦਾ ਹੈ, ਜਿਉ ਨਿਰਧਨੀ ਧਨੀ ਕੇ ਪਾਸਾ, ਕਰੇ ਸਥਿਤੀ ਧਾਰਿਓ ਰਿਆਸਾ। ਜਿਸ ਤਰ੍ਹਾਂ ਕਹਿੰਦੇ ਨਿਰਧਨ ਬੰਦੇ ਨੂੰ, ਜਿਸ ਬੰਦੇ ਕੋਲੇ ਧਨ ਨਾ ਹੋਵੇ, ਜਦੋਂ ਕਿਸੇ ਧਨ ਵਾਲੇ ਦੇ ਕੋਲੇ ਜਾਂਦਾ ਹੈ ਤੇ ਉਹਨੂੰ ਇੱਛਾ ਪੈਦਾ ਹੋ ਜਾਂਦੀ ਹੈ ਕਿ ਮੇਰੇ ਕੋਲ ਵੀ ਧਨ ਹੋਣਾ ਚਾਹੀਦਾ ਹੈ। ਉਸੇ ਤਰ੍ਹਾਂ ਹੀ ਤਿਉ ਪਿਖ ਜੁਵਾ ਜੋ ਸਰਬ ਵਿਕਾਰਾ, ਆਏ ਸਥਿਰ ਹਵੇ ਨਗਰ ਮਝਾਰਾ। ਜਿਵੇਂ ਹੀ ਬੰਦਾ ਜਵਾਨੀ ਦੀ ਦਲਹੀਜ਼ ਤੇ ਪੈਰ ਰੱਖਦਾ ਹੈ, ਉਸੇ ਵੇਲੇ ਫਿਰ ਆਪਣੇ ਜਿਸ ਤਰ੍ਹਾਂ ਦੀਆਂ ਬੰਦੇ ਦੀਆਂ ਵਿਚਾਰਾਂ ਹੁੰਦੀਆਂ ਨੇ, ਸੰਸਕਾਰ ਹੁੰਦੇ ਨੇ, ਉਸ ਤਰ੍ਹਾਂ ਦੇ ਲੋਕਾਂ ਵਿੱਚ ਜਾ ਕੇ ਖੜਾ ਹੋਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਸਾਡੇ ਜੀਵਨ ਵਿੱਚ ਬਦਲਾਅ ਹੁੰਦਾ ਹੈ, ਸਮਾਂ ਵੱਧਦਾ ਹੈ, ਜਵਾਨੀ ਵਿੱਚ ਪੈਰ ਧਰਦਿਆਂ ਜੇ ਸੰਗਤ ਚੰਗੀ ਮਿਲ ਗਈ ਤੇ ਜਵਾਨੀ ਸੌਖੀ ਲੰਘ ਜਾਂਦੀ ਹੈ, ਚੰਗੀ ਲੰਘ ਜਾਂਦੀ ਹੈ। ਤੇ ਜਵਾਨੀ ਵਿੱਚ ਪੈਰ ਧਰਦਿਆਂ ਸੰਗਤ ਮਾੜੀ ਮਿਲ ਗਈ, ਉਸੇ ਦਿਨ ਤੋਂ ਪਰਿਵਾਰ ਵਿੱਚ ਉਲਾਮੇ ਆਉਣੇ ਸ਼ੁਰੂ ਹੋ ਜਾਂਦੇ ਨੇ। ਬੰਦੇ ਦਾ ਜੀਵਨ ਅੱਗੇ ਦੀ ਅੱਗੇ ਹੋਰ ਖਰਾਬ ਹੋਈ ਜਾਂਦਾ ਹੈ। ਕਾਮ ਪਿਸਾਚ ਲੱਗਿਓ ਤਿਸ ਤਾਈ, ਨਾਰ ਗਰਤ ਜੈ ਦੇ ਗਿਰਾਏ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਬੰਦੇ ਦੇ ਅੰਦਰ ਕਾਮਕ ਵਿਚਾਰਾਂ ਦੀ ਭੁੱਖ ਵੱਧ ਜਾਂਦੀ ਹੈ ਤੇ ਕਾਮਕ ਵਿਚਾਰਾਂ ਦੇ ਪਿੱਛੇ ਪਿਆ ਹੋਇਆ ਬੰਦਾ ਫਿਰ ਬੇਅੰਤ ਤਰ੍ਹਾਂ ਦੇ ਪਾਪ ਕਰਮਾਂ ਵਿੱਚ ਲਿਪਤ ਹੋ ਜਾਂਦਾ ਹੈ। ਤਿਸ ਮੈਂ ਪਰਿਓ ਮਹਾ ਦੁਖ ਪਾਵੈ, ਨਿਕਸਿਓ ਜਾਏ ਨਾ ਜਨਮ ਗਵਾਵੈ। ਜਿਹਦੀ ਜਵਾਨੀ ਮਾੜੀ ਸੰਗਤ ਵਿੱਚ ਪੈ ਗਈ, ਆਪਾਂ ਵੇਖਦੇ ਹੀ ਹਾਂ ਜਵਾਨੀ ਵਿੱਚ ਬੜਾ ਜੋਸ਼ ਹੈ। ਜੇ ਜਵਾਨੀ ਚੰਗੇ ਪਾਸੇ ਤੁਰ ਪਵੇ, ਸਾਡੇ ਬੱਚੇ ਚੰਗੇ ਲੀਹ ਤੇ ਤੁਰ ਪੈਣ ਤੇ ਬੱਚੇ ਬਹੁਤ ਵੱਡੇ ਉੱਚੇ ਮੁਕਾਮਾਂ ਤੇ ਪਹੁੰਚ ਜਾਂਦੇ ਨੇ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਦੇ ਨੇ, ਕੌਮ ਦਾ ਨਾਮ ਰੋਸ਼ਨ ਕਰਦੇ ਨੇ। ਕਿਉਂਕਿ ਜਵਾਨੀ ਦਾ ਸਮਾਂ ਜਿਹੜਾ ਬਲ ਦਿੱਤਾ ਵਾਹਿਗੁਰੂ ਨੇ, ਉਹ ਆਪਣੀ ਪੜ੍ਹਾਈ ਵਾਲੇ ਪਾਸੇ ਜਿਹੜੇ ਬੱਚਿਆਂ ਨੇ ਲਾ ਲਿਆ, ਉਹ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਗਏ। ਜਿਨ੍ਹਾਂ ਨੇ ਜਵਾਨੀ ਦੇ ਸਮੇਂ ਵਿੱਚ ਜਿੱਥੇ ਸੰਸਾਰਿਕ ਤੌਰ ਤੇ ਆਪਣੇ ਕਾਰਜ ਕੀਤੇ, ਉੱਥੇ ਗੁਰੂ ਕੇ ਨਾਮ ਨਾਲ ਆਪਣੇ ਮਨ ਨੂੰ ਲਾ ਲਿਆ, ਉਹਨਾਂ ਦੀ ਸੰਗਤ ਵੀ ਚੰਗੀ ਰਹਿੰਦੀ ਹੈ ਤੇ ਸੰਸਾਰ ਵਿੱਚ ਵੀ ਮਾਣ ਇੱਜ਼ਤ ਪ੍ਰਾਪਤ ਕਰਦੇ ਨੇ। ਪਰ ਜਿਨ੍ਹਾਂ ਦੀ ਸੰਗਤ ਕੁਰਾਹੇ ਪੈ ਗਈ, ਨਸ਼ਿਆਂ ਵਿੱਚ ਜਵਾਨੀ ਪੈ ਜਾਏ, ਕਾਮਕ ਵਿਚਾਰਾਂ ਵਿੱਚ ਜਵਾਨੀ ਚਲੀ ਜਾਵੇ, ਫਿਰ ਬੰਦਾ ਇਸ ਟੋਏ ਵਿੱਚ ਐਸਾ ਡਿੱਗਦਾ ਹੈ, ਸਾਰੀ ਜ਼ਿੰਦਗੀ ਬੰਦਾ ਇਸ ਗਰਕੇ ਹੋਏ ਟੋਏ ਵਿੱਚੋਂ ਨਿਕਲ ਨਹੀਂ ਸਕਦਾ। ਬੜੀਆਂ ਜਵਾਨੀਆਂ ਨੇ ਜਿਹੜੀਆਂ ਵਿਕਾਰਾਂ ਦੇ ਲੇਖੇ ਲੱਗ ਜਾਂਦੀਆਂ ਨੇ। ਤੇ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਤਾਂ ਮਾਹੌਲ ਆਪਾਂ ਵੇਖ ਹੀ ਰਹੇ ਹਾਂ। ਅੱਜ ਕੱਲ੍ਹ ਗਾਣੇ ਇਸ ਤਰ੍ਹਾਂ ਦੇ ਚੱਲਦੇ ਨੇ, ਗਾਣਿਆਂ ਦੇ ਵਿੱਚ ਨਸ਼ਿਆਂ ਨੂੰ ਤੇ ਹਥਿਆਰਾਂ ਨੂੰ ਇਸ ਢੰਗ ਨਾਲ ਪ੍ਰਮੋਟ ਕੀਤਾ ਜਾਂਦਾ ਹੈ। ਗਾਣਿਆਂ ਦੇ ਰਾਹੀਂ ਇਹ ਸਿਖਾ ਦਿੱਤਾ ਜਾਂਦਾ ਹੈ ਕਿ ਬੰਦਾ ਹੀ ਉਹ ਹੈ ਜਿਹੜਾ ਨਸ਼ਾ ਕਰਦਾ ਹੋਵੇ, ਹਥਿਆਰ ਰੱਖਦਾ ਹੋਵੇ, ਬਦਮਾਸ਼ੀ ਕਰਦਾ ਹੋਵੇ। ਫਿਲਮਾਂ ਇਸ ਢੰਗ ਦੀਆਂ ਬਣਾਈਆਂ ਜਾਂਦੀਆਂ ਨੇ, ਮਾਹੌਲ ਇਸ ਤਰ੍ਹਾਂ ਦਾ ਸਿਰਜ ਦਿੱਤਾ ਜਾਂਦਾ ਹੈ ਕਿ ਬੰਦਾ ਘਟੀਆ ਤੋਂ ਘਟੀਆ ਕਰਮ ਕਰਨ ਨੂੰ ਮਾਣ ਮਹਿਸੂਸ ਕਰਦਾ ਹੈ। ਤੇ ਉਹ ਗਾਣੇ ਗਾਉਣ ਵਾਲੇ ਤਾਂ ਆਪਣੇ ਗਾਣਿਆਂ ਤੋਂ ਪੈਸਾ ਕਮਾ ਕੇ, ਫਿਲਮਾਂ ਬਣਾਉਣ ਵਾਲੇ ਫਿਲਮਾਂ ਤੋਂ ਪੈਸਾ ਕਮਾ ਕੇ ਪਾਸੇ ਹੋ ਜਾਂਦੇ ਨੇ। ਤੇ ਜਿਹੜੀ ਜਵਾਨੀ ਦਾ ਸਮਾਂ ਹੈ, ਜਦੋਂ ਜਵਾਨੀ ਦਾ ਸਮਾਂ ਸ਼ੁਰੂ ਹੁੰਦਾ ਹੈ, ਉਦੋਂ ਬੱਚੇ ਮਾਪਿਆਂ ਦੀ ਨਹੀਂ ਸੁਣਦੇ, ਉਦੋਂ ਬਾਹਰਲੇ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਨੇ। ਫਿਰ ਉਹ ਨਕਲੀ ਐਕਟਰਾਂ ਦੀ ਨਕਲ ਕਰਦੇ ਨੇ। ਫਲਾਣਾ ਗਾਇਕ ਕਿਸ ਤਰ੍ਹਾਂ ਦੇ ਕੱਪੜੇ ਪਾਉਂਦਾ, ਬਾਲ ਕਿਵੇਂ ਕਟਵਾਉਂਦਾ ਹੈ, ਕਿਸ ਤਰ੍ਹਾਂ ਵਾਹੁੰਦਾ ਹੈ, ਉਹਨਾਂ ਨੂੰ ਵੇਖ ਕੇ ਉਹਨਾਂ ਦੀ ਨਕਲ ਕਰਦੇ ਨੇ। ਹੁਣ ਆਪਾਂ ਨੂੰ ਪਤਾ ਹੈ ਫਿਲਮ ਦੇ ਵਿੱਚ ਐਕਟਿੰਗ ਹੈ, ਉੱਥੇ ਐਕਟ ਹੋ ਰਿਹਾ ਹੈ, ਉੱਥੇ ਅਸਲੀਅਤ ਨਹੀਂ, ਉੱਥੇ ਕੇਵਲ ਤੇ ਕੇਵਲ ਐਕਟ ਕੀਤਾ ਜਾ ਰਿਹਾ ਹੈ। ਪਰ ਬੱਚਿਆਂ ਨੂੰ ਲੱਗਦਾ ਇਹ ਅਸਲੀਅਤ ਹੈ। ਉਸੇ ਤਰ੍ਹਾਂ ਹੀ ਸ਼ਰਾਬਾਂ ਪੀਂਦੇ ਨੇ, ਸ਼ਰਾਬਾਂ ਪੀਂਦਿਆਂ ਪੀਂਦਿਆਂ ਮਹਿੰਗੇ ਮਹਿੰਗੇ ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਨੇ। ਤੇ ਫਿਰ ਘਰਾਂ ਦੇ ਵਿੱਚ ਮਾਂ ਪਿਓ ਦੀਆਂ ਚੀਕਾਂ ਸੁਣਦੀਆਂ ਨੇ। ਜਦੋਂ ਘਰਾਂ ਵਿੱਚੋਂ ਨਸ਼ਿਆਂ ਵਿੱਚ ਗਲਤਾਨ ਹੋਈ ਜਵਾਨੀ ਗਰਕ ਜਾਂਦੀ ਹੈ ਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਘਰਾਂ ਵਿੱਚੋਂ ਚੁੱਕਣੀਆਂ ਪੈਂਦੀਆਂ ਨੇ, ਤੇ ਫਿਰ ਉਸ ਘਰਾਂ ਦੇ ਵਿੱਚੋਂ ਕੀਰਨੇ ਸੁਣਾਈ ਦਿੰਦੇ। ਹੈ ਜਵਾਨੀ ਸੀ, ਜੋਸ਼ ਹੈ ਸੀ, ਵਾਹਿਗੁਰੂ ਦੀ ਦਿੱਤੀ ਹੋਈ ਤਾਕਤ ਸੀ, ਪਰ ਕਾਹਦੇ ਵਿੱਚ? ਨਸ਼ਿਆਂ ਵਿੱਚ ਬਰਬਾਦ ਹੋ ਗਈ, ਮਾੜੀ ਸੰਗਤ ਵਿੱਚ ਪੈ ਕੇ ਬਰਬਾਦ ਹੋ ਗਈ। ਅੱਜ ਕੱਲ੍ਹ ਤਾਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ। ਪਹਿਲਾਂ ਤਾਂ ਸੁਣਦੇ ਹੀ ਸੀ ਕਿ ਚਲੋ ਬੱਚੇ ਜਿਹੜੇ ਸਾਡੇ ਲੜਕੇ ਨੇ ਉਹ ਇਸ ਪਾਸੇ ਨੂੰ ਤੁਰਦੇ ਨੇ, ਪਰ ਮਾਹੌਲ ਇਸ ਤਰ੍ਹਾਂ ਦਾ ਵਿਗੜ ਗਿਆ ਹੈ, ਹੁਣ ਬੱਚੀਆਂ ਵੀ, ਲੜਕੀਆਂ ਵੀ ਜਿਹੜੀ ਮਾੜੀ ਸੰਗਤ ਵਿੱਚ ਪੈ ਜਾਣ ਤੇ ਉਹਨਾਂ ਦਾ ਜੀਵਨ ਬਰਬਾਦ ਹੈ।
ਕਿਹੋ ਜਿਹਾ ਮਾਹੌਲ ਜਿਹੜਾ ਹੈ, ਕਾਹਦੇ ਕਰਕੇ? ਜਵਾਨੀ ਨੂੰ ਸਹੀ ਦਿਸ਼ਾ ਨਾ ਮਿਲਣ ਦੇ ਕਰਕੇ, ਚੰਗੇ ਸੰਸਕਾਰ ਨਾ ਮਿਲਣ ਦੇ ਕਰਕੇ, ਚੰਗੀ ਸੋਚ ਵਿਚਾਰ ਨਾ ਮਿਲਣ ਦੇ ਕਰਕੇ ਮਾੜੇ ਰਾਹ ਤੇ ਤੁਰੇ। ਤੇ ਇਸ ਰਾਹ ਤੇ ਤੁਰਿਆ ਇਹ ਇੱਕ ਤਰ੍ਹਾਂ ਦਾ ਕਹਿ ਲਈਏ ਵਨ ਵੇ ਹੀ ਹੈ, ਇਹ ਤੋਂ ਵਾਪਸ ਨਹੀਂ ਪਰਤਿਆ ਜਾਂਦਾ। ਜਿਹੜਾ ਬੰਦਾ ਨਸ਼ੇ ਵਿੱਚ ਗਲਤਾਨ ਹੋ ਗਿਆ, ਕੋਈ ਸੈਂਕੜਿਆਂ ਵਿੱਚੋਂ ਕੋਈ ਵਿਰਲਾ ਮੁੜਿਆ ਏ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਮੁੜ ਆਵੇ। ਨਹੀਂ ਇਸ ਰਸਤੇ ਤੇ ਤੁਰੇ ਹੋਏ ਫਿਰ ਮੌਤ ਤੱਕ ਤਾਂ ਪਹੁੰਚ ਜਾਂਦੇ ਨੇ, ਵਾਪਸ ਨਹੀਂ ਛੇਤੀ ਪਰਤਦੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰਸਿੱਖੋ, ਜਿਹੜਾ ਜਵਾਨੀ ਦਾ ਸਮਾਂ ਹੈ, ਕਾਮ ਤੇ ਕ੍ਰੋਧ ਦੀ ਭੁੱਖ ਇੰਨੀ ਵੱਧ ਜਾਂਦੀ ਹੈ, ਬੰਦਾ ਅਤਿਅੰਤ ਦੁਖੀ ਹੁੰਦਾ ਹੈ, ਪਰ ਇਸ ਦਲਦਲ ਵਿੱਚੋਂ ਨਿਕਲ ਨਹੀਂ ਪਾਉਂਦਾ। ਜਿਨ ਭੋਗੋ ਕੋ ਸੁਖ ਲਖ ਭੋਗੇ, ਸੋ ਸਭ ਦੁੱਖ ਕੋ ਕਾਰਨ ਸੋਗੇ। ਹੁਣ ਜਿੰਨੇ ਜਵਾਨੀ ਦੇ ਵਿੱਚ ਬੰਦਾ ਭੋਗ ਭੋਗਦਾ ਹੈ, ਕਹਿੰਦੇ ਉਹਨਾਂ ਨੂੰ ਸੁੱਖ ਦੇ ਭੋਗ ਸਮਝ ਕੇ ਭੋਗਦਾ ਹੈ, ਪਰ ਉਹ ਸਾਰੇ ਦੇ ਸਾਰੇ ਸੁੱਖਾਂ ਦੇ ਦਿਖਣ ਵਾਲੇ ਭੋਗ ਅਤਿਅੰਤ ਦੁੱਖਾਂ ਦਾ ਕਾਰਨ ਹੋ ਨਿਬੜਦੇ ਨੇ। ਹੁਣ ਨਸ਼ਾ ਕਾਹਦੇ ਵਾਸਤੇ ਬੰਦਾ ਕਰਦਾ ਹੈ? ਕਹਿੰਦਾ ਜੀ ਨਸ਼ਾ ਕੀਤਿਆਂ ਬਹੁਤ ਆਨੰਦ ਆਉਂਦਾ ਹੈ। ਪਹਿਲਾਂ ਪਹਿਲਾਂ ਬੰਦਾ ਨਸ਼ੇ ਨੂੰ ਖਾਂਦਾ ਹੈ ਤੇ ਕੁਝ ਦਿਨਾਂ ਦੇ ਬਾਅਦ ਨਸ਼ਾ ਬੰਦੇ ਨੂੰ ਖਾਣ ਲੱਗ ਪੈਂਦਾ ਹੈ। ਪਹਿਲਾਂ ਤਾਂ ਬੰਦਾ ਆਪ ਦਾਰੂ ਪੀਂਦਾ ਹੈ, ਪਰ ਫਿਰ ਜਦੋਂ ਦਾਰੂ ਪੀਣ ਲੱਗਦੀ ਹੈ, ਫਿਰ ਬੰਦੇ ਦਾ ਘਰ-ਬਾਰ ਵੀ ਪੀ ਜਾਂਦੀ ਹੈ। ਕਈ ਪਰਿਵਾਰਾਂ ਨੂੰ ਪੀ ਗਈ, ਕਈਆਂ ਦੀ ਕਈ ਕਿੱਲੇ ਏਕੜ ਜ਼ਮੀਨ ਪੀ ਗਈ। ਇਹ ਨਸ਼ਿਆਂ ਨੇ ਛੱਡਿਆ ਥੋੜਾ ਕਿਸੇ ਦਾ ਕੁਝ। ਇੱਕ ਦਿਨ ਇਹਦਾ ਚਸਕਾ ਪਿਆ ਤੇ ਬੰਦੇ ਨੇ ਕਿਹਾ ਜੀ ਬੜਾ ਸੁੱਖ ਆਇਆ, ਪਰ ਇਹ ਨਹੀਂ ਸੀ ਪਤਾ ਇਹ ਸੁੱਖ ਦੇ ਪਿੱਛੇ ਕਿੱਡਾ ਵੱਡਾ ਦੁੱਖ ਖੜਾ ਹੈ। ਸਾਰੇ ਘਰ ਉਜੜ ਗਏ, ਘਰਾਂ ਦੇ ਵਿੱਚ ਪਤਾ ਨਹੀਂ ਕਿਹੋ ਜਿਹੇ ਹਾਲਾਤ ਬਣ ਗਏ, ਮਾਂ ਪਿਓ ਅੱਡ ਵਿਲਕਦੇ ਫਿਰਦੇ ਨੇ। ਜਿਨ ਭੋਗੇ ਕੋ ਸੁਖ ਲਖ ਭੋਗੈ, ਜਿਨ੍ਹਾਂ ਨੂੰ ਸੁੱਖਾਂ ਦੇ ਸਮਝ ਕੇ ਭੋਗਿਆ ਬੰਦੇ ਨੇ, ਸੋ ਸਭ ਦੁੱਖ ਕੋ ਕਾਰਨ ਸੋਗੇ, ਸਾਰੇ ਦੁੱਖਾਂ ਦੇ ਕਾਰਨ ਬਣ ਕੇ ਨਿਕਲੇ। ਜਿਉ ਕੰਚਨ ਕਟ ਬਿਖ ਕੋ ਪੂਰਾ, ਕਰੇ ਪਾਨ ਬਿਖ ਕਹਿਤ ਹੈ ਰੂਰਾ। ਕਹਿੰਦੇ ਸਾਹਮਣੇ ਸੋਨੇ ਦਾ ਘੜਾ ਪਿਆ ਹੋਵੇ ਤੇ ਬੰਦਾ ਸਮਝੇ ਜੀ ਸੋਨੇ ਦੇ ਘੜੇ 'ਚ ਕੁਝ ਪਿਆ ਤੇ ਮੈਂ ਚੱਕ ਕੇ ਪੀ ਲਵਾਂ, ਹੋਵੇ ਉਹਦੇ ਵਿੱਚ ਜ਼ਹਿਰ, ਬਾਹਰੋਂ ਚਾਹੇ ਸੋਨੇ ਦਾ ਹੀ ਹੋਵੇ ਘੜਾ, ਜਿਹੜੀ ਜ਼ਹਿਰ ਹੈ ਸੋਨੇ ਦੇ ਘੜੇ ਵਿੱਚ ਪਈ ਹੋਈ ਨੇ ਵੀ ਨੁਕਸਾਨ ਕਰਨਾ ਹੈ। ਉਸੇ ਤਰ੍ਹਾਂ ਦਾ ਹੀ ਨਸ਼ੇ ਨੇ, ਉਸੇ ਤਰ੍ਹਾਂ ਦੇ ਵਿਕਾਰ ਨੇ ਜਿਹੜੇ ਜਵਾਨੀ ਵਿੱਚ ਬੰਦਾ ਕਮਾਉਂਦਾ ਹੈ। ਦਿਖਦਾ ਇਸ ਤਰ੍ਹਾਂ ਦਾ ਹੈ ਕਿ ਇਹ ਚੀਜ਼ਾਂ ਸਾਰਾ ਕੁਝ ਮੇਰੇ ਵਾਸਤੇ ਨੇ, ਬੜੀਆਂ ਸੁਖਦਾਈ ਨੇ, ਪਰ ਜ਼ਹਿਰ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ। ਜ਼ਹਿਰ ਦੇ ਭੋਗਾਂ ਵਿੱਚ ਪਿਆ ਹੋਇਆ ਬੰਦਾ ਕਦੇ ਸੁੱਖ ਨਹੀਂ ਮਾਣ ਸਕਦਾ। ਤਿਉ ਵਿਚਾਰ ਬਿਨ ਸੁੰਦਰ ਨਾਰੀ, ਭੋਗੇ ਹੈ ਅਧੀਨ ਦੁਖਕਾਰੀ। ਵਿਕਾਰਾਂ ਦੇ ਵਸ ਪਿਆ, ਕਾਮਕ ਵਿਚਾਰਾਂ ਦੇ ਵਸ ਪਿਆ ਬੰਦਾ ਜਦੋਂ ਬੇਅੰਤ ਭੋਗਾਂ ਵਿੱਚ ਗ੍ਰਸਤ ਹੋ ਜਾਂਦਾ ਹੈ। ਜੁਵਾਵਣੀ ਨਿਸਾ ਪਰ ਘੋਰਾ, ਪੰਜ ਚੋਰ ਕਰ ਹੀ ਬੜ ਜੋਰਾ। ਜਵਾਨੀ ਦੀ ਜਿਹੜੀ ਭਿਆਨਕ ਰਾਤ ਹੈ, ਇਹਦੇ ਵਿੱਚ ਸਮਝੋ 5 ਵੱਡੇ ਚੋਰ ਬੰਦੇ ਨੂੰ ਰੱਜ ਕੇ ਲੁੱਟਦੇ ਨੇ। ਜਿਵੇਂ ਰਾਤ ਨੂੰ ਚੋਰ ਲੱਗ ਜਾਂਦੇ ਨੇ ਤੇ ਸਾਰਾ ਘਰ-ਬਾਰ ਲੁੱਟ ਲੈਂਦੇ ਨੇ, ਉਸੇ ਤਰ੍ਹਾਂ ਜਵਾਨੀ ਦੀ ਵੀ ਇੱਕ ਰਾਤ ਹੈ ਤੇ ਇਸ ਜਵਾਨੀ ਦੀ ਰਾਤ ਵੀ 5 ਵਿਕਾਰ ਜਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਬੰਦੇ ਨੂੰ ਰੱਜ ਕੇ ਲੁੱਟਦੇ ਨੇ। ਭਾਵ ਕਿ ਬੰਦਾ ਇਹਨਾਂ ਦੀ ਗ੍ਰਿਫਤ ਵਿੱਚ ਫਸਿਆ ਰਹਿੰਦਾ ਹੈ। ਜੇ ਸਮਝ ਨਾ ਹੋਵੇ, ਜੇ ਗਿਆਨ ਨਾ ਹੋਵੇ, ਫਿਰ ਬੰਦੇ ਨੂੰ ਇਹ ਵਿਕਾਰ ਵਰਤ ਲੈਂਦੇ ਨੇ। ਕਿਸੇ ਨਾ ਕਿਸੇ ਵਿਕਾਰਾਂ ਦੇ ਅਧੀਨ ਹੋਇਆ ਬੰਦਾ ਪਤਾ ਨਹੀਂ ਕਿਹੜੇ ਰਸਤੇ ਤੇ ਤੁਰ ਪਵੇ, ਤੇ ਇੱਕ ਵਾਰੀ ਰਸਤਾ ਗਲਤ ਹੋਇਆ ਤੇ ਬੰਦੇ ਦਾ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਸਹੀ ਰਸਤਾ ਉਹਨੂੰ ਸਮਝ ਆਉਣੀ ਹੈ। ਜਦੋਂ ਤੱਕ ਸਮਝ ਆਉਂਦੀ ਉਦੋਂ ਤੱਕ ਸਮਾਂ ਬਹੁਤ ਨਿਕਲ ਚੁੱਕਾ ਹੁੰਦਾ ਹੈ। ਇਸ ਕਰਕੇ ਸਤ ਸੰਤੋਖ ਵੈਰਾਗ ਵਿਚਾਰਾ, ਸ਼ਾਂਤ ਆਤਮਾ ਧਨ ਇਹ ਭਾਰਾ। ਗੁਰੂ ਸਾਹਿਬ ਕਹਿੰਦੇ ਜੇ ਗੁਰੂ ਕੋਲੋਂ ਗਿਆਨ ਲੈ ਕੇ ਚੱਲੀਏ ਤੇ ਗਿਆਨ ਲਿਆ, ਜਵਾਨੀ ਦਾ ਸਮਾਂ ਬਹੁਤ ਵੱਡੀ ਪ੍ਰਾਪਤੀ ਦੇ ਵਾਸਤੇ ਪ੍ਰਾਪਤ ਹੁੰਦਾ ਹੈ। ਤੇ ਬੰਦਾ ਇਸ ਜਵਾਨੀ ਦੇ ਸਮੇਂ ਵਿੱਚ ਆਪਣੀ ਬਲ ਦਾ, ਆਪਣੇ ਜੋਸ਼ ਦਾ, ਆਪਣੀ ਅਕਲ ਦਾ ਚੰਗਾ ਲਾਭ ਲੈ ਕੇ, ਇਹਦੇ ਕੋਲ ਚੰਗੀ ਵਿਚਾਰ ਲੈ ਕੇ, ਸਤ ਸੰਤੋਖ ਵੈਰਾਗ ਆਦਿਕ ਜਿਹੜੇ ਵੱਡੇ ਗੁਣ ਹਨ, ਇਹਨਾਂ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਹੈ। ਕਿਉਂਕਿ ਵੈਸੇ ਤਾਂ ਜਿਵੇਂ ਸਾਡੇ ਸਮਾਜ ਦੀ ਰੀਤ ਚੱਲ ਰਹੀ ਹੈ, ਬਚਪਨ ਵਿੱਚ ਵੀ ਰੱਬ ਨੂੰ ਯਾਦ ਨਹੀਂ ਕਰਨਾ, ਜਵਾਨੀ ਵਿੱਚ ਵੀ ਯਾਦ ਨਹੀਂ ਕਰਨਾ, ਤੇ ਹਰ ਵੇਲੇ ਇਹੀ ਕਹਿੰਦੇ ਰਹਿਣਾ ਜੀ ਬਜ਼ੁਰਗ ਹੋ ਕੇ ਜਪਾਂਗੇ।
पर धर्म की जिहड़ी असली लोड़ है वह बचपन ते जवानी नूं है। बुढ़ेपे विच जाके तां कुदरत बंदे नूं धर्मी बना दिंदी। हुण बुढ़ेपे विच जांदिआं बंदे दी निगाह घट जानी है आटोमैटिकली। हुण इन्ना बहुता कुछ देखिआ ही नहीं जाना ते बंदा कहेगा जी हुण मैनूं दिखदा ही इन्ना है नहीं। कुदरत ने अपने आप ही धर्म वाले पासे लै आउणा है। माड़ा सुनन तो बंदे ने बचपन ते जवानी विच बचना है, क्योंकि बुढ़ेपे विच जाके तां वैसे ही सुनना घट हो जाएगा। काबू रखना तो बचपन ते जवानी दे विच रखना है कि कन माड़ा ना सुनन। बुढ़ेपे विच जांदे जांदे तां पैर वैसे ही जवाब दे दिंदे ने ते रोकना तो इन्हां नूं जवानी विच सी कि माड़े पासे ना जाण। इस करके धर्म की जिहड़ी ज़्यादा जरूरत है, गुरु के ज्ञान की ज़्यादा जरूरत है।